ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਹੋਈ ਹੈ ਜੋ ਗੁਰੂ ਪਾਤਸ਼ਾਹ ਜੀ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਜੋ ਸ਼ਾਮ ਦਾ ਸਮਾਂ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਇਤਿਹਾਸ ਦੀ ਕਥਾ ਦਾ ਸਮਾਂ ਹੈ ਔਰ ਕਾਫੀ ਸਮੇਂ ਤੋਂ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਗੁਰੂ ਕਾ ਇਤਿਹਾਸ ਪਹਿਲਾਂ ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ, ਫਿਰ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਜੋ ਭਾਈ ਸੰਤੋਖ ਸਿੰਘ ਜੀ ਗੁਰੂ ਘਰ ਦੇ ਮਹਾਨ ਵਿਦਵਾਨ ਗੁਰਮੁਖ ਜਿਨ੍ਹਾਂ ਨੇ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਹੈ। ਉਪਰੰਤ ਪੰਥ ਖਾਲਸੇ ਦੀ ਜੋ ਕਥਾ ਭਾਈ ਰਤਨ ਸਿੰਘ ਜੀ ਭੰਗੂ ਜਿਨ੍ਹਾਂ ਨੇ ਸ੍ਰੀ ਗੁਰਪੰਥ ਪ੍ਰਕਾਸ਼ ਲਿਖਿਆ, ਜਿਨ੍ਹਾਂ ਨੂੰ ਪ੍ਰਾਚੀਨ ਜਿਸ ਗ੍ਰੰਥ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਕਹਿੰਦੇ ਹੈ, ਕਿਉਂਕਿ ਆਪਾਂ ਇਹ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ। ਦੋ ਗ੍ਰੰਥ ਨੇ ਸ੍ਰੀ ਗੁਰਪੰਥ ਪ੍ਰਕਾਸ਼। ਇੱਕ ਗਿਆਨੀ ਗਿਆਨ ਸਿੰਘ ਜੀ ਦਾ ਜਿਸ ਦੀ ਅੱਜ ਕਥਾ ਆਰੰਭ ਹੋ ਰਹੀ ਹੈ, ਤੋ ਜੋ ਪ੍ਰਾਚੀਨ ਪੰਥ ਪ੍ਰਕਾਸ਼ ਹੈ ਉਸ ਦੀ ਆਪਾਂ ਕੱਲ ਤੱਕ ਕਥਾ ਸੰਪੂਰਨ ਸਰਵਣ ਕੀਤੀ। ਮਾਈ ਭਾਈ ਹਾਜ਼ਰੀਆਂ ਭਰਦੇ ਰਹੇ। ਇਹ ਲਗਭਗ ਜਿਹੜਾ ਹੈ ਗਿਆਨੀ ਗਿਆਨ ਸਿੰਘ ਜੀ ਦਾ ਵੀ ਇਤਿਹਾਸ ਇਹ ਉਸੇ ਹੀ ਪੰਥ ਪ੍ਰਕਾਸ਼ ਦਾ ਇਹ ਕਹਿ ਲਓ ਅੱਗੇ ਵਿਸਥਾਰ ਹੈ। ਇਹ ਹੋਰ ਜਿਵੇਂ ਕੋਈ ਜਿੰਨਾ ਇਹਨਾਂ ਨੂੰ ਸਮਝ ਸੋਧ ਲੱਗੀ ਉਸ ਤਰ੍ਹਾਂ ਇਤਿਹਾਸ ਗ੍ਰੰਥੇ ਵੀ ਕਾਵਿ ਰੂਪ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ। ਤੋ ਕਥਾ ਦੀ ਆਰੰਭਤਾ ਤੋਂ ਪਹਿਲਾਂ ਜਿਵੇਂ ਹੁਣ ਆਪਾਂ
ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਤੋਂ ਪਹਿਲਾਂ ਭਾਈ ਰਤਨ ਸਿੰਘ ਜੀ ਭੰਗੂ ਦੇ ਜੀਵਨ ਨੂੰ ਜਾਣਿਆ ਸੀ ਕਿ ਉਹ ਕੌਣ ਸਨ। ਉਸੇ ਤਰ੍ਹਾਂ ਹੀ ਹੁਣ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਗਿਆਨੀ ਗਿਆਨ ਸਿੰਘ ਜੀ ਕੌਣ ਸਨ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ ਤੇ ਕਿਵੇਂ ਉਹਨਾਂ ਨੇ ਇਹ ਗ੍ਰੰਥ ਲਿਖਿਆ। ਕਿਉਂਕਿ ਜਿਹੜਾ ਸਿੱਖ ਇਤਿਹਾਸ ਇਹ ਸਮੇਂ-ਸਮੇਂ ਤੇ ਇਤਿਹਾਸ ਤੰਦਾਂ ਜਿਹੜੀਆਂ ਨੇ ਇਤਿਹਾਸਕ ਗੁਰਮੁਖਾਂ ਇਤਿਹਾਸਕਾਰਾਂ ਦੁਆਰਾ ਆਪੋ ਆਪਣੇ ਤਰੀਕਿਆਂ ਦੇ ਨਾਲ ਇਹਨਾਂ ਰਚਨਾਵਾਂ ਨੂੰ ਪਰੋਇਆ ਗਿਆ ਹੈ। ਗਿਆਨੀ ਗਿਆਨ ਸਿੰਘ ਜੀ ਵੀ ਇਹਨਾਂ ਇਤਿਹਾਸ ਪਰੋਣ ਵਾਲਿਆਂ ਵਿੱਚੋਂ ਇੱਕ ਸਨ। ਗਿਆਨੀ ਗਿਆਨ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ ਗੁਰਮੁਖੋ 15 ਅਪ੍ਰੈਲ 1822 ਈਸਵੀ ਸਨ ਨੂੰ ਹੋਇਆ। ਜੇ ਈਸਵੀ ਸਨ ਦੇ ਮੁਤਾਬਕ ਆਪਾਂ ਵੇਖੀਏ ਤੇ ਜੇ ਇਹਦੇ ਵਿੱਚ ਬਿਕਰਮੀ ਸੰਮਤ ਆਪਾਂ ਵੇਖਣਾ ਹੈ ਤਾਂ ਬਿਕਰਮੀ ਸੰਮਤ ਇਹਦੇ ਵਿੱਚ 57 ਹੋਰ ਜੋੜ ਲੈਣੇ ਆ ਤੇ ਇਸ ਤਰ੍ਹਾਂ 57 ਜੋੜਾਂਗੇ ਤਾਂ ਬਿਕਰਮੀ ਸੰਮਤ ਜਿਹੜਾ ਉਹ 57 ਸਾਲ ਅੱਗੇ ਚੱਲਦਾ ਹੈ। ਇਸ ਤਰ੍ਹਾਂ ਦੇ ਨਾਲ ਆਪਾਂ ਜਾਣ ਲੈਣਾ ਹੈ। ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਲੌਂਗੋਵਾਲ। ਲੌਂਗੋਵਾਲ ਪਿੰਡ ਦੇ ਵਿੱਚ ਭਾਈ ਗਿਆਨੀ ਗਿਆਨ ਸਿੰਘ ਜੀ ਜਿਹੜੇ ਮਹਾਨ ਵਿਦਵਾਨ ਗਿਆਨੀ ਸ਼ਬਦ ਇਹਨਾਂ ਦੇ ਨਾਲ ਜਿਹੜਾ ਹੈ ਉਹ ਬਹੁਤ ਮਸ਼ਹੂਰ ਹੋਇਆ। ਜਿਵੇਂ ਗਿਆਨੀ ਸੰਤੋਖ ਸਿੰਘ ਜੀ ਨਾਲ ਵੀ ਗਿਆਨੀ ਸ਼ਬਦ ਲੱਗਿਆ, ਉਹ ਗਿਆਨੀਆਂ ਦੇ ਬੁੰਗੇ ਵਿੱਚ ਪੜ੍ਹੇ ਸਨ। ਇਸੇ ਤਰ੍ਹਾਂ ਗਿਆਨ ਸਿੰਘ ਜੀ ਇਹਨਾਂ ਦੇ ਨਾਲ ਵੀ ਗਿਆਨੀ ਸ਼ਬਦ ਲੱਗਿਆ, ਪੜ੍ਹੇ ਹੋਏ ਸੀ, ਜਾਣਕਾਰ ਸਨ। ਤੇ ਜਿਹੜਾ ਸੰਗਰੂਰ ਦੇ ਇਹ ਲੌਂਗੋਵਾਲ ਪਿੰਡ ਬੜਾ ਮਸ਼ਹੂਰ ਪਿੰਡ, ਮਾਤਾ ਦਾ ਨਾਂ ਸੀ ਮਾਤਾ ਦੇਸਾਂ ਤੇ ਪਿਤਾ ਦਾ ਨਾਂ ਸੀ ਭਾਗ ਸਿੰਘ। ਇਹ ਕਹਿ ਲਓ ਕਿ ਭਾਈ ਮਨੀ ਸਿੰਘ ਜੀ ਜਿਹੜੇ ਹੋਏ ਨੇ, ਕਿਉਂਕਿ ਭਾਈ ਮਨੀ ਸਿੰਘ ਜੀ ਦਾ ਪਿਛੋਕੜ ਲੌਂਗੋਵਾਲ ਪਿੰਡ ਦੇ ਨਾਲ ਵੀ ਜੁੜਦਾ, ਸ਼ਹੀਦ ਭਾਈ ਮਨੀ ਸਿੰਘ ਜੀ, ਤੇ ਉਹਨਾਂ ਦੇ ਭਰਾ ਸਨ ਭਾਈ ਨਗਾਈਆ ਸਿੰਘ। ਇਹ ਭਾਈ ਨਗਾਈਆ ਸਿੰਘ ਦੀ 5ਵੀਂ ਪੀੜ੍ਹੀ ਚੋਂ ਸੀ ਗਿਆਨੀ ਗਿਆਨ ਸਿੰਘ ਜੀ। ਇਸ ਕਰਕੇ ਗੁਰੂ ਘਰ ਦੇ ਨਾਲ ਉਸ ਮਹਾਨ ਵਿਦਵਾਨਾਂ ਦੇ ਪਰਿਵਾਰ ਦੇ ਵਿੱਚ ਹੀ ਪੈਦਾ ਹੋਏ। ਜਿਹੜੀ ਗਿਆਨੀ ਗਿਆਨ ਸਿੰਘ ਜੀ ਨੇ ਮੁੱਖ ਸਿੱਖਿਆ ਲਈ, ਉਹ ਪਿੰਡ ਦੇ ਉਹਨਾਂ ਸਮਿਆਂ ਵਿੱਚ ਸਕੂਲ ਇੰਨੇ ਨਹੀਂ ਸੀ ਹੁੰਦੇ, ਗੁਰਦੁਆਰਿਆਂ ਵਿੱਚ ਮੁਸਲਮਾਨ ਮਦਰਸਿਆਂ ਵਿੱਚ ਇਸ ਤਰ੍ਹਾਂ ਪੜ੍ਹਦੇ ਹੁੰਦੇ ਸੀ। ਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੁਰਮੁਖ ਪਿਆਰੇ ਸਨ ਗ੍ਰੰਥੀ ਸਿੰਘ ਭਾਈ ਭੋਲਾ ਸਿੰਘ ਜੀ। ਉਹਨਾਂ ਤੋਂ ਫਿਰ ਜਿਹੜੀ ਹੈ ਗੁਰਮੁਖੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਮ ਗ੍ਰੰਥ ਹੋਰ ਜਿਹੜੀਆਂ ਗੁਰਮੁਖੀ ਦੀ ਸਿੱਖਿਆ ਹੈ, ਮੁੱਢਲੀ ਸਿੱਖਿਆ ਪੰਜਾਬੀ ਦੀ ਗੁਰਮੁਖੀ ਦੀ, ਉਹ ਪ੍ਰਾਪਤ ਕੀਤੀ। ਤੇ ਸੰਸਕ੍ਰਿਤ ਜਿਹੜੀ ਵਿਦਿਆ ਉਹ ਵੀ ਗਿਆਨੀ ਗਿਆਨ ਸਿੰਘ ਜੀ ਨੇ ਪੜ੍ਹੀ। ਉਹ ਪੰਡਤ ਆਤਮਾ ਰਾਮ ਹੋਏ, ਉਹਨਾਂ ਤੋਂ ਪੜ੍ਹੀ। ਇਸ ਕਰਕੇ ਬਚਪਨ ਦਾ ਜਿਹੜਾ ਸਮਾਂ ਸੀ, ਗਿਆਨੀ ਗਿਆਨ ਸਿੰਘ ਜੀ ਦੀਆਂ ਘਰ ਦੀਆਂ ਜਿਹੜੀ ਹਾਲਾਤ ਸਨ ਉਹ ਕੋਈ ਬਹੁਤੇ ਚੰਗੇ ਨਹੀਂ ਸੀ ਆਰਥਿਕ ਤੌਰ ਤੇ, ਭਾਵ ਗਰੀਬੀ ਸੀ। ਤੇ ਗਿਆਨੀ ਗਿਆਨ ਸਿੰਘ ਜੀ ਦੀ ਆਵਾਜ਼ ਬਹੁਤ ਚੰਗੀ ਸੀ। ਇਹਨਾਂ ਦਾ ਮਾਮਾ ਸੀ ਸਰਦਾਰ ਕਰਮ ਸਿੰਘ, ਉਹ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਸੂਬੇਦਾਰ ਸੀ। ਕਿਉਂ ਗਿਆਨੀ ਗਿਆਨ ਸਿੰਘ ਨੂੰ ਆਪਣੇ ਨਾਲ ਲੈ ਗਿਆ ਲਾਹੌਰ ਮਹਾਰਾਜੇ ਦੇ ਦਰਬਾਰ ਵਿੱਚ। ਉੱਥੇ ਫਿਰ ਧੰਨਾ ਸਿੰਘ ਮਲਵਈ ਬੜਾ ਮਸ਼ਹੂਰ ਮਹਾਰਾਜਾ ਰਣਜੀਤ ਸਿੰਘ ਦਾ ਨੇੜਲਾ ਜਿਹੜਾ ਸਾਥੀ, ਉਹਨੇ ਸਿਫਾਰਿਸ਼ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਗੁਰਬਾਣੀ ਸੁਣਾਉਣ ਦੀ ਡਿਊਟੀ ਲੱਗੀ ਗਿਆਨੀ ਗਿਆਨ ਸਿੰਘ ਜੀ ਦੀ। ਗਿਆਨੀ ਗਿਆਨ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਾਠ ਸੁਣਾਉਣਾ
ਤੇ ਉਦੋਂ ਉਮਰ ਸੀ 12-13 ਸਾਲ ਦੀ ਹੋਈ। ਮਹਾਰਾਜੇ ਦੇ ਦਰਬਾਰ ਵਿੱਚ ਰਹੇ ਤੇ ਸਿੱਖ ਰਾਜ ਨੂੰ ਗਿਆਨੀ ਗਿਆਨ ਸਿੰਘ ਜੀ ਨੇ ਬਹੁਤ ਨੇੜਿਓਂ ਦੇਖਿਆ। 5-6 ਸਾਲ ਇਹ ਨੌਕਰੀ ਕੀਤੀ। ਗਿਆਨੀ ਰਾਮ ਸਿੰਘ ਜੀ ਹੁੰਦੇ ਸੀ, ਉਹਨਾਂ ਦੀ ਅਗਵਾਈ ਦੇ ਵਿੱਚ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕੀਤੇ, ਫਿਰ ਗਿਆਨੀ ਗਿਆਨ ਸਿੰਘ ਜੀ ਵਾਪਸ ਆ ਗਏ ਪਿੰਡ ਦੇ ਵਿੱਚ। ਉਸ ਸਮੇਂ ਪਟਿਆਲੇ ਦਾ ਮਹਾਰਾਜਾ ਸੀ ਕਰਮ ਸਿੰਘ। ਉਹਨੇ ਵੇਖਿਆ ਵੀ ਵਿਦਵਾਨ ਬਹੁਤ ਹੈ, ਗਿਆਨੀ ਗਿਆਨ ਸਿੰਘ ਜੀ ਨੂੰ ਨੌਕਰੀ ਤੇ ਰੱਖ ਲਿਆ। ਇਸ ਤਰ੍ਹਾਂ ਫਿਰ ਰਿਆਸਤਾਂ ਦੇ ਰਾਜ ਪ੍ਰਬੰਧ ਕਿਵੇਂ ਚੱਲੇ ਉਹਦੇ ਬਾਰੇ ਵੀ ਗਿਆਨੀ ਗਿਆਨ ਸਿੰਘ ਜੀ ਨੂੰ ਬਹੁਤ ਜਾਣਕਾਰੀ ਹੋਈ। ਧਾਰਮਿਕ ਰੁਚੀ ਵਾਲੇ ਗੁਰਮੁਖ ਵਿਅਕਤੀ ਸੀ ਤੇ ਸਮਾਂ ਐਸਾ ਹੁੰਦਾ ਸੀ ਉਦੋਂ ਫੌਜ ਦੇ ਵਿੱਚ ਵੀ ਨਾਲ ਦੀ ਨਾਲ ਹਿੱਸਾ ਲੈਣਾ ਪੈਂਦਾ ਹੁੰਦਾ ਸੀ। ਫੌਜੀ ਕਾਰਵਾਈਆਂ ਜਿਹੜੀਆਂ ਸੀ ਉਹਦੇ ਵਿੱਚ ਵੀ ਹਿੱਸਾ 1845 ਦੇ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਅੰਗਰੇਜ਼ਾਂ ਨਾਲ ਜੰਗ ਜੇ ਇਸ ਦੇਸ਼ ਵਿੱਚ ਹੋਈ ਆ ਤਾਂ ਸਿੱਖਾਂ ਦੀ ਹੋਈ ਆ 1845 ਚ। ਹਾਂ, ਉਹ ਵੱਖਰੀ ਗੱਲ ਹੈ ਕਿ ਸਾਡੇ ਭਾਰਤ ਦੇਸ਼ ਦੀ ਸਰਕਾਰ ਨੇ ਇਸ ਜੰਗ ਨੂੰ ਜੰਗ ਨਹੀਂ ਮੰਨਿਆ, ਕਿ ਪਹਿਲੀ ਜੰਗ ਨਹੀਂ ਮੰਨਿਆ। ਉਹ ਆਪਣਾ ਜਿਹੜੀ ਹੈ, ਕਿਉਂਕਿ ਕੁਦਰਤੀ ਹੈ, ਸਿੱਖ ਕੌਮ ਨਾਲੇ ਮੁੱਢ ਤੋਂ ਵਿਤਕਰੇ ਹੁੰਦੇ ਆਏ ਹੈ। ਤੇ ਇਹ ਜੰਗ ਜਿਹੜੀ ਅਸਲ ਵਿੱਚ ਪਹਿਲੀ ਜੰਗ ਹੈ 1845 ਈਸਵੀ ਸਨ ਮੈਂ ਕਹਿ ਰਿਹਾ ਇਹ। ਤੇ ਉਸ ਸਮੇਂ ਕਿਉਂਕਿ ਈਸਵੀ ਸਨ ਪ੍ਰਚਲਿਤ ਹੋ ਗਿਆ ਸੀ, ਅੰਗਰੇਜ਼ ਆ ਗਏ ਸਨ, ਉਹਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਹਿੱਸਾ ਲਿਆ। ਮਹਾਰਾਜਾ ਕਰਮ ਸਿੰਘ ਨੇ ਉਦੋਂ ਮੁੱਦਕੀ ਦੇ ਵਿੱਚ ਜਿਹੜਾ ਹੈ ਉਸ ਸਮੇਂ 1845 ਦੇ ਵਿੱਚ ਜਿਹੜੀ ਇਹ ਜੰਗ ਹੋਈ ਹੈ, 1841 ਦੇ ਵਿੱਚ ਮਹਾਰਾਜੇ ਕਰਮ ਸਿੰਘ ਕੋਲੇ ਆ ਗਏ। ਜਿਹੜੇ ਪਟਿਆਲੇ ਵਾਲੇ ਸੀ ਇਹਨਾਂ ਨੇ ਗੁਰਮੁਖੋ ਉਸ ਸਮੇਂ ਇਹ 1845 ਵਾਲੀ ਜੰਗ ਦੇ ਵਿੱਚ ਮੁੱਦਕੀ ਜਿਹੜੀ ਹੋਈ ਹੈ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ ਪਟਿਆਲੇ ਵਾਲੇ ਮਹਾਰਾਜਾ ਕਰਮ ਸਿੰਘ ਨੇ। ਤੇ 1849-50 ਦੇ ਵਿੱਚ ਫਿਰ ਜੀਂਦ ਰਿਆਸਤ ਜਿਹੜੀ ਹੋਈ ਹੈ ਇਹਦੇ ਵਿੱਚ ਬਾਂਗਰੂਆਂ ਦੇ ਪਿੰਡ ਸੀ 15-16। ਉਹਨਾਂ ਪਿੰਡਾਂ ਦੇ ਵਿੱਚ ਬਗਾਵਤ ਉੱਠ ਖੜੀ ਤੇ ਉਸ ਸਮੇਂ ਫਿਰ ਬਗਾਵਤ ਜਿਹੜੀ ਸੀ, ਜੀਂਦ ਦਾ ਰਾਜਾ ਸੀ ਸਰੂਪ ਸਿੰਘ, ਉਹਦੀ ਮਦਦ ਵਾਸਤੇ ਵੀ ਮਹਾਰਾਜੇ ਕਰਮ ਸਿੰਘ ਨੇ ਜਿਹੜੀ ਫੌਜ ਭੇਜੀ। ਉਸ ਫੌਜ ਦੇ ਵਿੱਚ ਵੀ ਗਿਆਨੀ ਗਿਆਨ ਸਿੰਘ ਸ਼ਾਮਲ ਸਨ। ਉੱਥੇ ਫਿਰ ਜਦੋਂ ਉਸ ਜੰਗ ਦੇ ਵਿੱਚ ਉਹ ਜਿਹੜੇ ਬਾਂਗਰੂ ਸਨ ਬਾਗੀ ਹੋ ਗਏ 15 ਪਿੰਡਾਂ ਦੇ, ਉਹਨਾਂ ਨਾਲ ਲੜਾਈ ਦੇ ਵਿੱਚ ਖੱਬੇ ਪੱਟ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਦੇ ਗੋਲੀ ਲੱਗ ਗਈ। ਉਹ ਗੋਲੀ ਲੱਗਣੇ ਹੱਡੀ ਨੂੰ ਨੁਕਸਾਨ ਹੋ ਗਿਆ ਤੇ ਇਸ ਕਰਕੇ ਫਿਰ ਇੱਕ ਲੱਤ ਜਿਹੜੀ ਸੀ ਗਿਆਨੀ ਗਿਆਨ ਸਿੰਘ ਜੀ ਦੀ ਉਹ ਨਕਾਰਾ ਹੋ ਗਈ ਸੀ। ਬਾਅਦ ਵਿੱਚ ਫਿਰ ਕੁਝ ਸਮਾਂ ਬਿਮਾਰ ਵੀ ਰਹੇ, ਫੌਜ ਦੀ ਨੌਕਰੀ ਵੀ ਚਲੀ ਗਈ। ਗਿਆਨੀ ਗਿਆਨ ਸਿੰਘ ਜੀ ਤੇ ਜਾਣੋ ਉਹ ਸਮਾਂ ਐਸਾ ਦੁੱਖਾਂ ਤੇ ਮੁਸੀਬਤਾਂ ਦਾ ਜਿਹੜਾ ਸੀ ਸਮਾਂ ਆ ਗਿਆ। ਥੋੜੇ ਜਿਹੇ 2-3 ਸਾਲ ਬਾਅਦ ਹੀ ਉਧਰੋਂ ਪਿਤਾ ਦੀ ਮੌਤ ਵੀ ਹੋ ਗਈ। ਆਪਣੀ ਮਾਤਾ ਦੇ ਨਾਲ ਹੀ ਪਿੰਡ ਵਿੱਚ ਰਹੇ, ਬਹੁਤ ਆਰਥਿਕ ਤੰਗੀਆਂ ਨੂੰ ਝੱਲਿਆ ਗਿਆਨੀ ਗਿਆਨ ਸਿੰਘ ਨੇ। ਮਿਹਨਤ ਕਰਨੀ, ਮਜ਼ਦੂਰੀ ਕਰਨੀ। ਤੇ ਇਹਨਾਂ ਦਾ ਤਾਇਆ ਸੀ ਪ੍ਰੇਮ ਸਿੰਘ, ਫਿਰ ਉਹ ਪਟਿਆਲੇ ਰਿਆਸਤ 'ਚ ਨੌਕਰ ਸੀ। ਉਹਨਾਂ ਨੇ ਕੀ ਕੀਤਾ, ਗਿਆਨੀ ਗਿਆਨ ਸਿੰਘ ਜੀ ਨੂੰ ਪਟਿਆਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ 10 ਰੁਪਏ ਮਹੀਨਾ ਉਦੋਂ ਸੀ ਗ੍ਰੰਥੀ ਦੀ ਨੌਕਰੀ ਸੇਵਾ ਤੇ ਲਵਾਇਆ। ਫਿਰ ਉੱਥੇ ਗ੍ਰੰਥੀ ਦੀ ਸੇਵਾ ਕੀਤੀ। ਗਿਆਨੀ ਗਿਆਨ ਸਿੰਘ ਨੂੰ ਜਿੱਥੇ ਗੁਰਮਤ ਦਾ ਬਹੁਤ ਗਿਆਨ ਸੀ, ਗੁਰਮਤ ਦੇ ਵਿੱਚ ਗੁਰਮੁਖੀ ਜਿਹੜੀ ਸੀ ਪੜ੍ਹਾਈ, ਬਹੁਤ ਵਿਦਵਾਨ ਬਣ ਗਏ। ਇਹਨਾਂ ਨੂੰ ਗਿਆਨੀ ਸ਼ਬਦ ਉੱਥੋਂ ਫਿਰ ਗਿਆਨੀ ਕਹਿਣਾ ਸ਼ੁਰੂ ਕਰ ਦਿੱਤਾ। ਇਉਂ ਪਟਿਆਲੇ ਨੌਕਰੀ ਕਰਦਿਆਂ ਕਰਦਿਆਂ ਧਾਰਮਿਕ ਵਿੱਦਿਆ ਬਹੁਤ ਇਹਨਾਂ ਨੇ, ਜਦੋਂ ਗ੍ਰੰਥੀ ਦੀ ਡਿਊਟੀ ਸੀ ਤਾਂ ਸਮਰਪਿਤ ਹੋ ਕੇ ਡਿਊਟੀ ਕੀਤੀ। ਉਹ ਜਿਹੜੀ ਮਹਾਰਾਜ ਦੀ ਸੇਵਾ ਕੀਤੀ, ਧਰਮ ਦੀ ਵਿੱਦਿਆ ਦਾ ਅਧਿਐਨ ਕੀਤਾ, ਗੁਰਬਾਣੀ ਦਾ ਅਧਿਐਨ ਕੀਤਾ।
ਤੇ ਸਮਾਂ ਆਇਆ ਮਹਾਰਾਜਾ ਭੁਪਿੰਦਰ ਸਿੰਘ ਦਾ ਜਿਹੜਾ ਜਦੋਂ ਵਿਆਹ ਹੋਇਆ ਤੇ ਉੱਥੇ ਮੋਤੀ ਬਾਗ ਗੁਰਦੁਆਰੇ ਦੇ ਵਿੱਚ ਆਨੰਦ ਕਾਰਜ ਹੋਏ। ਤਾਂ ਜਿਹੜੀ ਆਨੰਦ ਕਾਰਜ ਦੀ ਮਰਿਆਦਾ ਰਸਮ ਸੀ ਉਹ ਵੀ ਮਹਾਰਾਜੇ ਭੁਪਿੰਦਰ ਸਿੰਘ ਦੇ ਆਨੰਦ ਕਾਰਜ ਦੀ ਗਿਆਨੀ ਗਿਆਨ ਸਿੰਘ ਜੀ ਨੇ ਨਿਭਾਈ ਹੈ। ਸਮਾਂ ਪਾ ਕੇ ਫਿਰ ਇਧਰ ਉਧਰ ਪਿੰਡਾਂ ਵਿੱਚ ਯਾਤਰਾ ਵੀ ਕੀਤੀ। ਇੱਕ ਉਦਾਸੀ ਸੰਤ ਸਨ ਮੰਗਤ ਰਾਮ, ਉਹਨਾਂ ਦੇ ਨਾਲ ਫਿਰ ਕਾਂਸ਼ੀ, ਹਰਿਦੁਆਰ, ਸ੍ਰੀਨਗਰ, ਗੜਵਾਲ, ਰਿਸ਼ੀਕੇਸ਼, ਕੁਰੂਕਸ਼ੇਤਰ, ਮਥੁਰਾ, ਪੌਂਟਾ ਸਾਹਿਬ, ਨਾਹਣ, ਬਿੰਦਰਾਵਨ, ਇਹੋ ਜਿਹੇ ਸਥਾਨਾਂ ਤੇ ਗਏ ਤੇ 1857 ਦੇ ਵਿੱਚ ਗਦਰ ਹੋਇਆ। ਉਸ ਗਦਰ ਦੇ ਵਿੱਚ ਫਿਰ ਇਹ ਪਾਣੀਪਤ ਜਾ ਕੇ ਉੱਥੇ ਫੜੇ ਗਏ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਫੜੇ ਤਾਂ ਗਏ ਜਿੰਨੇ ਸਾਧੂ ਸੰਤ ਸੀ ਉਹਨਾਂ ਨੂੰ ਜਿਹੜਾ ਸੀ ਜਸੂਸ ਸਮਝਦੇ ਸਨ। ਅੰਗਰੇਜ਼ ਕਹਿੰਦੇ ਸੀ ਇਹ ਜਸੂਸੀਆਂ ਕਰਦੇ ਆ। ਤੇ ਫਿਰ 16 ਦਿਨ ਗਿਆਨੀ ਗਿਆਨ ਸਿੰਘ ਜੀ ਨੂੰ ਜੇਲ੍ਹ ਵਿੱਚ ਰਹਿਣਾ ਪਿਆ। ਮਗਰੋਂ ਜਿਹੜੀ ਸਿੱਖ ਪਲਟਨ ਸੀ ਇੱਕ, ਉਹਨਾਂ ਨੇ ਗਿਆਨੀ ਜੀ ਨੂੰ ਰਿਹਾ ਕਰਵਾਇਆ। ਫਿਰ ਗਿਆਨੀ ਗਿਆਨ ਸਿੰਘ ਜੀ ਤਲਵੰਡੀ ਸਾਬੋ ਆ ਗਏ। ਇੱਥੇ ਬਹੁਤ ਕੁਝ ਸਮਾਂ ਬਤੀਤ ਕੀਤਾ। ਹਜੂਰ ਸਾਹਿਬ ਚਲੇ ਗਏ, ਪਟਨਾ ਸਾਹਿਬ ਯਾਤਰਾ ਕੀਤੀ, ਫਿਰ ਕਲਕੱਤੇ ਵੀ ਗਏ ਗਿਆਨੀ ਗਿਆਨ ਸਿੰਘ ਜੀ। ਚੰਗੇ ਵੱਡੇ ਲੀਡਰਾਂ ਨੂੰ ਵੀ ਮਿਲੇ। ਜਗਨਨਾਥਪੁਰੀ, ਦਵਾਰਕਾ, ਬਹਾਵਲਪੁਰ ਯਾਤਰਾ ਕੀਤੀਆਂ। ਇਉਂ ਘੁੰਮ ਫਿਰ ਕੇ ਪੰਜਾਬ ਆਏ ਤੇ ਜਿੱਥੇ ਵੀ ਗਏ ਗਿਆਨੀ ਗਿਆਨ ਸਿੰਘ ਜੀ ਨੇ ਜਾਣ ਦਾ ਕਾਰਨ ਇਹ ਸੀ ਕਿ ਸਿੱਖ ਰਵਾਇਤਾਂ ਕੀ ਨੇ, ਸਿੱਖੀ ਮਰਿਆਦਾ ਜਾਂ ਗੁਰੂ ਮਹਾਰਾਜ ਆਏ ਇਥੋਂ ਸਾਰਾ ਕੁਝ ਚੰਗੀ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਨੇ ਇਕੱਠਾ ਕੀਤਾ। ਵਿਦਿਆ ਦਾ ਮੁੱਖ ਜਿਹੜਾ ਗੁਰੂ ਮੰਨਿਆ ਗਿਆਨੀ ਗਿਆਨ ਸਿੰਘ ਜੀ ਨੇ, ਉਸ ਸਮੇਂ ਬਹੁਤ ਵਿਦਵਾਨ ਪਟਿਆਲੇ 'ਚ ਰਹਿਣ ਵਾਲੇ ਇੱਕ ਪੰਡਤ ਤਾਰਾ ਸਿੰਘ ਜੀ ਨਰੋਤਮ ਹੋਏ ਹੈ। ਉਹ ਵਿਦਵਾਨ ਸੀ, ਇਸ ਕਰਕੇ ਉਹਨਾਂ ਨਾਲ ਪੰਡਤ ਸ਼ਬਦ ਲੱਗਿਆ ਸੀ। ਉਹ ਸਿੱਖ ਅੰਮ੍ਰਿਤ ਧਾਰੀ, ਪਰ ਵਿਦਵਾਨ ਹੋਣ ਕਰਕੇ ਉਹਨਾਂ ਨੂੰ ਪੰਡਤ ਸ਼ਬਦ, ਪੰਡਤ ਵਿਦਵਾਨੀ ਉਪਾਧੀ ਹੈ ਇੱਕ। ਜਿਵੇਂ ਗਿਆਨੀ ਨਰੈਣ ਸਿੰਘ ਜੀ ਮੁਜੰਗਾਂ ਵਾਲੇ ਹੋਏ, ਉਹਨਾਂ ਨੂੰ ਵੀ ਪੰਡਤ ਗਿਆਨੀ ਨਰੈਣ ਸਿੰਘ ਜੀ ਮੁਜੰਗਾਂ ਵਾਲੇ ਕਿਹਾ ਜਾਂਦਾ। ਪੰਡਤ ਉਪਾਧੀ ਹੈ ਵਿਦਵਤਾ ਦੀ। ਉਹਨਾਂ ਨੂੰ ਫਿਰ ਆਪਣਾ ਵਿਦਿਆ ਦਾਤਾ ਗੁਰੂ ਮੰਨਿਆ, ਜਿਨ੍ਹਾਂ ਨੇ ਕਈ ਗ੍ਰੰਥਾਂ ਦੀ ਉਹਨਾਂ ਨੇ ਵੀ ਰਚਨਾ ਕੀਤੀ, ਜਿਵੇਂ ਗੁਰੂ ਤੀਰਥ ਸੰਗ੍ਰਹਿ, ਗੁਰੂ ਗ੍ਰਾਰਥਕ ਪ੍ਰਕਾਸ਼। ਇਹ ਪੰਡਤ ਤਾਰਾ ਸਿੰਘ ਜੀ ਨਰੋਤਮ, ਉਹਨਾਂ ਦੇ ਲਿਖੇ ਹੋਏ ਪੁਰਾਤਨ ਗ੍ਰੰਥ ਅੱਜ ਕੱਲ੍ਹ ਮਿਲਦੇ ਨਹੀਂ ਹਨ। ਉਹਨਾਂ ਨੇ ਪ੍ਰੇਰਨਾ ਕੀਤੀ ਸੀ ਗਿਆਨੀ ਗਿਆਨ ਸਿੰਘ ਨੂੰ ਕਿ ਤੂੰ ਕੋਈ ਇਤਿਹਾਸ ਲਿਖ। ਸਭ ਤੋਂ ਪਹਿਲਾਂ ਇਹ ਗ੍ਰੰਥ ਲਿਖਿਆ ਸੀ ਜਿਹਨੂੰ ਆਪਾਂ ਖਾਲਸਾ ਜੀ ਪੰਥ ਪ੍ਰਕਾਸ਼ ਕਹਿੰਦੇ ਆ, ਸ੍ਰੀ ਗੁਰੂ ਪੰਥ ਪ੍ਰਕਾਸ਼। ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤੱਕ ਦੇ ਸਾਰੇ ਹਾਲਾਤ ਜਿਹੜੇ ਹਨ ਉਹ ਗਿਆਨੀ ਗਿਆਨ ਸਿੰਘ ਜੀ ਨੇ ਦਿੱਤੇ। ਪੰਥ ਪ੍ਰਕਾਸ਼ ਦੀ ਜਿਹੜੀ ਰਚਨਾ ਹੈ ਉਹ 1878 ਈਸਵੀ ਸਨ ਦੇ ਵਿੱਚ ਗਿਆਨੀ ਜੀ ਨੇ ਦਿੱਲੀ ਤੋਂ ਹਾਜੀ ਕੁਤਬਦੀਨ ਦੀ ਪ੍ਰੈਸ ਹੁੰਦੀ ਸੀ, ਉਹ ਤੋਂ ਬਹੁਤ ਮਿਹਨਤ ਨਾਲ ਉਹ ਪ੍ਰੈਸ ਛਾਪਾ ਕਰਵਾਇਆ ਸੀ, ਭਾਵ ਉੱਥੋਂ ਗ੍ਰੰਥ ਤਿਆਰ ਕਰਵਾਇਆ। ਫਿਰ ਧਾਰਮਿਕ ਹੋਰ ਇਤਿਹਾਸਕ ਗ੍ਰੰਥ ਵੀ ਲਿਖੇ। ਅੰਮ੍ਰਿਤਸਰ ਸਾਹਿਬ ਦੇ ਵਿੱਚ ਉਸ ਸਮੇਂ ਹੈੱਡ ਪੁਜਾਰੀ ਸਨ ਗੁਰਦੁਆਰਾ ਸਾਹਿਬ ਦੇ, ਭਾਵ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਹੈੱਡ ਗ੍ਰੰਥੀ ਕਹਿ ਦਿੰਦੇ ਆ। ਉਹਨਾਂ ਦਾ ਜਿਹੜਾ ਨਾਮ ਸੀ ਭਾਈ ਤੇਜਾ ਸਿੰਘ ਜੀ। ਉਹਨਾਂ ਦੇ ਘਰ ਵਿੱਚ ਰਹਿ ਕਰਕੇ ਇਤਿਹਾਸਕ ਜਿੰਨੀ ਸਮੱਗਰੀ ਸੀ ਉਹ ਇਕੱਠੀ ਕੀਤੀ। ਫਿਰ ਕਪੂਰਥਲਾ ਦੇ ਵਿੱਚ ਦੀਵਾਨ ਦੇ ਕੋਲ ਰਹਿ ਕੇ ਜਿੰਨੇ ਇਤਿਹਾਸਕ ਕੋਈ ਕਿਤੋਂ ਦਸਤਾਵੇਜ਼ ਮਿਲੇ ਉਹ ਇਕੱਠੇ ਕੀਤੇ। ਤਵਾਰੀਖ ਗੁਰੂ ਖਾਲਸਾ ਗ੍ਰੰਥ ਜਿਹੜਾ ਖਰੜਾ ਉਹ ਵੀ ਇਸ ਤਰ੍ਹਾਂ ਲਿਖਿਆ। ਇਹ ਇਤਿਹਾਸ ਇਉਂ ਲਿਖਿਆ ਉਸ ਗ੍ਰੰਥ ਦੇ ਵਿੱਚ 1469 ਤੋਂ ਲੈ ਕੇ 1891 ਤੱਕ ਦੇ ਸਿੱਖ ਇਤਿਹਾਸ ਨੂੰ ਲਿਖਿਆ। ਉਹਨੂੰ 5 ਭਾਗਾਂ ਵਿੱਚ ਵੰਡ ਕੇ ਲਿਖਿਆ। ਪਹਿਲਾ ਭਾਗ ਸਤਿਗੁਰਾਂ ਦਾ ਜੀਵਨ ਬਿਰਤਾਂਤ ਹੈ, ਦੂਜਾ ਭਾਗ ਸ਼ਮਸ਼ੇਰ ਖਾਲਸਾ, ਤੀਜਾ ਹੈ ਰਾਜ ਖਾਲਸਾ, ਇਸ ਤਰ੍ਹਾਂ ਚੌਥਾ ਸਰਦਾਰ ਖਾਲਸਾ, 5ਵਾਂ ਭਾਗ ਹੈ ਪੰਥ ਖਾਲਸਾ।
ਫਿਰ ਗਿਆਨੀ ਗਿਆਨ ਸਿੰਘ ਜੀ ਨੇ ਇੱਕ ਨਿਰਮਲ ਪੰਥ ਪ੍ਰਦੀਪਨਾ, ਇਹ ਵੀ ਇੱਕ ਪੁਸਤਕ ਲਿਖੀ। ਗਿਆਨੀ ਗਿਆਨ ਸਿੰਘ ਜੀ ਨੇ ਹੋਰ ਵੀ ਪੁਸਤਕਾਂ ਲਿਖੀਆਂ, ਜਿਵੇਂ ਰਿਪਦਮਨ ਪ੍ਰਕਾਸ਼, ਉਹ ਮਹਾਰਾਜਾ ਰਿਪਦਮਨ ਸਿੰਘ ਹੋਏ ਪਟਿਆਲੇ ਵਾਲੇ, ਉਹਨਾਂ ਦੇ ਜੀਵਨ ਵਾਲੇ ਹੈ। ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਬਾਰੇ ਵੀ ਭੁਪਿੰਦਰਾਨੰਦ ਨਾਮ ਦੀ ਇੱਕ ਪੁਸਤਕ ਵੀ ਲਿਖੀ ਹੈ, ਕਿਉਂਕਿ ਮਹਾਰਾਜੇ ਦੀ ਜਿਹੜੀ ਸ਼ਖਸੀਅਤ ਹੈ ਉਹ ਸਾਰਾ ਚਾਨਣਾ ਪਾਇਆ। ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਨੇ, ਭਾਈ ਰੂਪ ਚੰਦ ਦਾ ਇਤਿਹਾਸ ਵੀ ਲਿਖਿਆ, ਤੇ ਜੋ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਸੂਰਜ ਪ੍ਰਕਾਸ਼ ਗ੍ਰੰਥ ਹੈ, ਤੇ ਇਹਨੂੰ ਵੀ ਉਸੇ ਤਰ੍ਹਾਂ ਵਾਰਤਕ ਰੂਪ ਦੇ ਵਿੱਚ ਲਿਖ ਕੇ ਵੀ ਆਮ ਲੋਕਾਂ ਦੇ ਪੜ੍ਹਨ ਵਾਸਤੇ ਵੀ ਬਣਾਇਆ। ਇਸ ਤਰ੍ਹਾਂ ਗਿਆਨੀ ਜੀ ਨੇ ਬਹੁਤ ਹੋਰ ਜਿਹੜੀਆਂ ਗ੍ਰੰਥਾਂ ਦੀਆਂ ਅਧਿਐਨ ਕੀਤਾ। ਸਮੇਂ ਦੇ ਨਾਲ ਬੜੇ ਉਹਨਾਂ ਸਮਿਆਂ 'ਚ ਛਪਦੀਆਂ ਵੀ ਰਹੀਆਂ। ਗਿਆਨੀ ਗਿਆਨ ਸਿੰਘ ਜੀ ਦਾ ਫਿਰ ਸਮਾਂ ਐਸਾ ਆਇਆ ਕਿ 1921 ਨੂੰ 24 ਸਤੰਬਰ ਗਿਆਨੀ ਗਿਆਨ ਸਿੰਘ ਜੀ ਅਕਾਲ ਚਲਾਣਾ ਕਰ ਗਏ। ਐਸਾ ਉਹਨਾਂ ਦਾ ਇਤਿਹਾਸਕ ਜੀਵਨ ਹੈ। ਭਾਵ ਬਹੁਤ ਗੁਰਮੁਖੋਂ ਖੋਜ ਕੀਤੀ। ਉਹ ਸਮਾਂ ਸੀ, ਕੋਈ ਇਹ ਨਹੀਂ ਸੀ ਕਿ ਜਾਣ ਵਾਸਤੇ ਕੋਈ ਵੱਡੇ ਸਾਧਨ ਹੁੰਦੇ ਸਨ, ਇੰਨੇ ਸਾਧਨ ਵੀ ਨਹੀਂ ਸੀ। ਜਾਣ ਵਾਸਤੇ ਸਾਈਕਲ ਹੀ ਪੁਰਾਣਾ ਲੈਣਾ ਪਿਆ, ਉਹਦੇ ਤੇ ਹੀ ਘੁੰਮਦੇ ਫਿਰਦੇ ਸੀ। ਤੋ ਉਹਨਾਂ ਦਾ ਗੁਰਮੁਖੋ ਇਹ ਜਿਹੜਾ ਪਹਿਲਾ ਗ੍ਰੰਥ ਗਿਆਨੀ ਗਿਆਨ ਸਿੰਘ ਜੀ ਦਾ ਹੈ, ਉਹ ਹੈ ਇਹ ਸ੍ਰੀ ਗੁਰ ਪੰਥ ਪ੍ਰਕਾਸ਼। ਇਹਨੂੰ ਆਮ ਤੌਰ ਤੇ ਨਵੀਨ ਪੰਥ ਪ੍ਰਕਾਸ਼ ਵੀ ਕਹਿ ਦਿੰਦੇ ਆ, ਕਿਉਂਕਿ ਬਾਅਦ ਵਿੱਚ ਦੋ ਪੰਥ ਪ੍ਰਕਾਸ਼ ਹੋ ਗਏ। ਬਾਅਦ ਵਾਲਾ ਪੰਥ ਪ੍ਰਕਾਸ਼ ਹੈ। ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਇਸ ਦੀ ਜਿਹੜੀ ਕਥਾ ਹੈ ਉਹ ਲੜੀਵਾਰ ਸ਼ੁਰੂ ਹੋਣ ਜਾ ਰਹੀ ਹੈ। ਆਓ ਪਿਆਰ ਔਰ ਸਤਿਕਾਰ ਦੇ ਨਾਲ ਆਪਾਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀਆਂ ਕਰਦੇ ਹੋਏ ਇਸ ਗ੍ਰੰਥ ਦੀ ਕਥਾ ਜਿਹੜੀ ਹੈ ਆਰੰਭਤਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਥ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਤੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਉਦੁੱਤੀ ਬ੍ਰਹਮ ਪਰਮਾਤਮਾ ਸਰਵ ਪ੍ਰਕਾਸ਼ਕ ਓੰਕਾਰ, ਸਾਰਿਆਂ ਨੂੰ ਪ੍ਰਕਾਸ਼ਣ ਵਾਲਾ, ਸਭ ਦੇ ਵਿੱਚ ਹੀ ਵਿਰਾਜਮਾਨ ਹੈ। ਉਹ ਇੱਕ ਹੈ, ਅਕਾਲ ਪ੍ਰਮਾਤਮਾ, ਸਤਿਗੁਰ ਪ੍ਰਸਾਦ। ਸਤ ਸਰੂਪ ਹੈ, ਗੁਰ ਗਿਆਨ ਸਰੂਪ ਹੈ, ਗੁਰ ਵੱਡਾ ਹੈ। ਪ੍ਰਸਾਦ ਉਹ ਕਿਰਪਾ ਦਾ ਸਰੂਪ ਹੈ, ਰਿਜ਼ਕ ਦਾਤਾ, ਸਭ ਤੇ ਮਿਹਰ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਆਥ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਤੇ। ਆਥ ਤੋਂ ਭਾਵ ਹੁੰਦਾ ਜਿਵੇਂ ਇਹ ਇੱਕ ਪ੍ਰਾਚੀਨ ਰਿਸ਼ੀਆਂ ਦਾ ਮੰਨਿਆ ਹੋਇਆ ਮੰਗਲ ਹੈ, ਕੋਈ ਸ਼ਬਦ ਪ੍ਰਗਟ ਕਰਨ ਵਾਲਾ ਸ਼ਬਦ, ਜਿਹਨੂੰ ਲਗਭਗ ਹਰ ਕਵੀ ਆਪਣੇ ਗ੍ਰੰਥ ਦੇ ਨਾਮ ਆਦਿ ਵਿੱਚ ਹੀ ਲਿਖਦਾ ਹੈ। ਇਹਦਾ ਭਾਵ ਬਣ ਜਾਂਦਾ ਆਥ। ਆਥ ਦਾ ਬਣ ਗਿਆ ਅਬ। ਅਬ ਤੋਂ ਭਾਵ ਹੁਣ। ਆੜਾ ਇਹ ਤੋਂ ਪਿੱਛੋਂ ਭਾਵ ਉਪਰੰਤ। ਆਥ ਆਥ ਕਿ ਇਸ ਤੋਂ ਬਾਅਦ। ਹੁਣ ਭਾਈ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਤੇ। ਸ੍ਰੀ ਗੁਰੂ ਮਹਾਰਾਜ ਦੇ ਪੰਥ ਦਾ ਪ੍ਰਕਾਸ਼, ਗੁਰੂ ਮਹਾਰਾਜ ਦਾ ਪੰਥ ਰਸਤੇ ਨੂੰ ਵੀ ਕਿਹਾ ਹੈ। ਇਹ ਗ੍ਰੰਥ ਪੋਥੀ ਪੁਸਤਕ ਲਿਖਦੇ ਹਾਂ, ਭਾਵ ਕਿ ਹੁਣ ਖਾਲਸਾ ਜੀ ਸਾਧ ਸੰਗਤ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਮੈਂ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਲਿਖਦਾ ਆਰੰਭ ਕਰਦਾ ਹੈ। ਇਸ ਤਰ੍ਹਾਂ ਫਿਰ ਇਹ ਮੰਗਲ ਕਰਦੇ ਨੇ। ਮੰਗਲ ਜਿਹੜਾ ਹੁੰਦਾ ਹੈ, ਪਹਿਲੇ ਵਿਸ਼ਰਾਮ ਦੇ ਕੇ ਠਹਿਰਨ ਦੀ ਜਗ੍ਹਾ ਵਿਸ਼ਰਾਮ ਹੁੰਦਾ ਹੈ। ਮੰਗਲਾਂ ਦੇ ਵਿੱਚ ਮੰਗਲ ਗੁਰਮੁਖੋ ਜਿਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਵੀ ਮੰਗਲ ਹੈ। ਤੇ ਮੰਗਲ ਦੇ ਤਿੰਨ ਭੇਦ ਨੇ। ਇੱਕ ਗੱਲ ਜਾਣਨੀ, ਜਿਵੇਂ ਹੁਣ ਆਪਾਂ ਹੁਕਮਨਾਮਾ ਸਾਹਿਬ ਲੈਣੇ ਆ, ਉਦੋਂ ਪਹਿਲਾਂ
ਭੱਟਾਂ ਦਾ ਸਵਈਆ ਪੜ੍ਹਦੇ ਆ ਤੇ ਜਾਂ ਸੋ ਕਹੋ ਟਲ ਗੁਰ ਸੇਵੀਐ, ਇਹ ਪੜ੍ਹਦੇ ਹੋਵੇ ਸਿਫਤ ਖਸਮ ਦੀ, ਸੱਜਣ ਸੱਚਾ ਪਾਤਸ਼ਾਹ। ਇਹ ਮੰਗਲ ਸਰੂਪ ਨੇ। ਇਹ ਮੰਗਲਾਂ ਦੇ 3 ਰੂਪ ਹੁੰਦੇ ਆ। ਇੱਕ ਹੁੰਦਾ ਵਸਤੂ ਨਿਰਦੇਸ਼ਤ ਮੰਗਲ। ਵਸਤੂ ਨਿਰਦੇਸ਼ ਭਾਵ ਕਿ ਜਦੋਂ ਕੋਈ ਗ੍ਰੰਥ ਹੈ, ਜੋ ਇਹਦਾ ਭਾਵ ਸਮਝਣਾ, ਗ੍ਰੰਥ ਦੇ ਵਿੱਚ ਕੋਈ ਵਿਅਕਤੀ ਜਾਂ ਕਿਸੇ ਵਸਤੂ ਦਾ ਵਰਣਨ ਕਰਨਾ ਹੁੰਦਾ ਹੈ, ਤਾਂ ਉਸੇ ਦੀ ਹੀ ਗੁਣ, ਉਹਦੀ ਮਹਿਮਾ, ਉਹਦੇ ਲੱਛਣ, ਉਹਨੂੰ ਬੋਧ ਕਰਾਉਣ ਵਾਲਾ ਕੋਈ ਜਿਹੜਾ ਹੈ ਮੰਗਲ ਕਰਨਾ। ਤੇ ਇਸੇ ਤਰ੍ਹਾਂ ਇਹ ਮੰਗਲਾਚਰਨ ਕਹਿੰਦੇ ਆ। ਵਸਤੂ ਨਿਰਦੇਸ਼ਤਾ, ਇਹ ਨਿਰਦੇਸ਼ਤ ਮੰਗਲ ਹੁੰਦਾ, ਵਸਤੂ ਨਿਰਦੇਸ਼ ਸਿੱਧੇ ਸ਼ਬਦਾਂ ਵਿੱਚ। ਦੂਜਾ ਹੁੰਦਾ ਹੈ ਮੰਗਲ ਅਸ਼ੀਰਵਾਦ ਮੰਗਲ। ਅਸ਼ੀਰਵਾਦ ਹੁੰਦਾ ਹੈ ਕਿ ਉਹ ਤੁਕਾਂ, ਉਹ ਪੰਗਤੀਆਂ ਉਚਾਰਨੀਆਂ। ਪਹਿਲਾਂ ਤਾਂ ਸਮਝ ਗਏ ਵਸਤੂ ਨਿਰਦੇਸ਼ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਜਿਹਦੀ ਆਪਾਂ ਗੱਲ ਕਰਨੀ ਹੈ ਉਹਦੇ ਗੁਣ ਕਹਿ ਦੇਣੇ 2 ਤੁਕਾਂ 4 ਤੁਕਾਂ ਵਿੱਚ। ਤੇ ਜਿਵੇਂ ਹੁਣ ਵਸਤੂ ਨਿਰਦੇਸ਼, ਏਕ ਹਰੀ ਦਾ ਸਰੂਪ ਗੁਰ, ਗ੍ਰੰਥ ਪੰਥ ਕੋ ਬੰਦ। ਜਿਵੇਂ ਹੁਣ ਉਹ ਸ਼ਬਦ ਆ ਜਾਂਦੇ, ਜਿੰਨੇ ਗੁਰੂਆਂ ਦੇ ਸ਼ਬਦ ਉਪਮਾ ਦੇ ਵਿੱਚ ਕੋਈ ਸ਼ਬਦ ਆਉਂਦੇ ਆ। ਦਰਸ਼ਨ ਪਰਸੈ ਗੁਰੂ ਕੈ, ਇਹ ਗੁਣ ਹੈ ਨਾ ਗੁਰੂ ਦੇ ਵਿੱਚ। ਜਨਮ ਮਰਨ ਦੁੱਖ ਜਾਏ, ਇਹ ਗੁਣ ਕਹਿਤਾ। ਇੱਕ ਹੁੰਦਾ ਅਸ਼ੀਰਵਾਦ ਮੰਗਲ। ਅਸ਼ੀਰਵਾਦ ਹੁੰਦਾ ਉਹ ਪੰਗਤੀਆਂ ਰੂਪ ਮੰਗਲ ਉਚਾਰਨ ਕਰਨਾ ਜਿਹਦੇ ਵਿੱਚ ਕੋਈ ਅਸੀਸ ਦੀ ਮੰਗ ਜਾਂ ਜਾਚਨਾ ਕਰਨੀ ਕਿ ਮੇਰੀ ਕਲਿਆਣ ਹੋਵੇ, ਇਸ ਤਰ੍ਹਾਂ ਦੀ ਕਾਮਨਾ ਕਰਨੀ, ਉਹਨੂੰ ਕਹਿੰਦੇ ਆ ਅਸ਼ੀਰਵਾਦ ਮੰਗਲ। ਤੀਸਰਾ ਭੇਦ ਹੁੰਦਾ ਨਮਸਕਾਰਤ। ਨਮਸਕਾਰ ਮੰਗਲ ਕਹਿੰਦੇ ਜਿਹਦੇ ਵਿੱਚ ਜਿਹਨੂੰ ਆਪਾਂ ਇਸ਼ਟ ਮੰਨਦੇ ਆ ਤੇ ਇਸ਼ਟ ਦੇਵ ਨੂੰ ਨਮਸਕਾਰ ਕੀਤੀ ਜਾਵੇ। ਜਿਵੇਂ ਪ੍ਰਾਚੀਨ ਸਮਿਆਂ ਤੋਂ ਜਿਹੜੇ ਕਵੀ ਨੇ ਉਹ ਫਿਰ ਆਪਣੇ ਕਾਵਿਕ ਜਿਹੜੇ ਗ੍ਰੰਥ ਹੈ, ਇਹਨਾਂ ਗ੍ਰੰਥਾਂ ਦਾ ਮੰਗਲਾਚਰਨ ਕਰਦੇ ਨੇ। ਮੰਗਲ ਦਾ ਅਰਥ ਕੀ ਹੁੰਦਾ ਹੈ? ਮੰਗਲ ਕਹਿੰਦੇ ਨੇ ਆਨੰਦ ਨੂੰ, ਮੰਗਲ ਕਹਿੰਦੇ ਆ ਖੁਸ਼ੀ ਨੂੰ, ਮੰਗਲ ਕਹਿੰਦੇ ਨੇ ਉਤਸਵ ਨੂੰ। ਭਾਵ ਖੁਸ਼ ਨਸੀਬੀ ਜਿਹੜੀ ਹੈ, ਭਾਵ ਉਹ ਗ੍ਰੰਥ ਜਿਹਦੇ ਮੁੱਢ ਦੇ ਵਿੱਚ ਕੋਈ ਕਰਤਾਰ ਅਕਾਲ ਪੁਰਖ ਜਾਂ ਆਪਣੇ ਇਸ਼ਟ ਦੇਵਤਾ ਦੇ ਅੱਗੇ ਉਹਦਾ ਆਰਾਧਨ ਕਰਨਾ ਤਾਂ ਕਿ ਗ੍ਰੰਥ ਦੀ ਨਿਰਵਿਘਨਤਾ ਦੇ ਨਾਲ ਸਮਾਪਤੀ ਹੋ ਜਾਵੇ। ਜਿੰਨੇ ਵੀ ਕੋਈ ਕਵੀ ਹੈ, ਕੋਈ ਲੇਖਕ ਹੈ, ਉਹਦੇ ਦਿਲ ਦੀ ਇਹ ਕਾਮਨਾ ਹੁੰਦੀ ਹੈ ਜੋ ਮੈਂ ਗ੍ਰੰਥ ਲਿਖ ਰਿਹਾ, ਜੋ ਲਿਖਣ ਜਾ ਰਿਹਾ, ਇਹ ਨਿਰਵਿਘਨ ਤੇ ਸੁੱਖਾਂ ਦੇ ਨਾਲ ਸਮਾਪਤ ਹੋਵੇ, ਸਰੀਰਕ ਰੋਗਾਂ ਤੋਂ ਬਚ ਜਾਂ ਹੋਰ ਜਿਹੜੀਆਂ ਕੋਈ ਨਾ ਕੋਈ, ਕਿਉਂਕਿ ਮੁਸ਼ਕਲਾਂ ਆਉਂਦੀਆਂ ਨੇ ਗ੍ਰੰਥ ਦੇ ਲਿਖਣ ਸਮੇਂ, ਜਿਹੜੀਆਂ ਕੋਈ ਜਦੋਂ ਮਿਹਨਤ ਕਰਦੇ ਆ ਕੋਈ ਮੁਸ਼ਕਲਾਂ ਹੁੰਦੀਆਂ, ਕਿਤੇ ਉਹਨਾਂ ਤੋਂ ਘਬਰਾ ਕੇ ਕਿਤੇ ਮਨ ਨਾ ਡੋਲ ਜਾਵੇ, ਮਨ ਨਿਰਾਸ਼ਤਾ 'ਚ ਨਾ ਚਲਿਆ ਜਾਵੇ। ਇਸ ਕਰਕੇ ਭਰੋਸਾ, ਹਿੰਮਤ, ਬਲ, ਹਮੇਸ਼ਾ ਮਨ ਚੜ੍ਹਦੀ ਕਲਾ ਵਿੱਚ ਰਹੇ। ਇਹ ਮਨੋਰਥ ਦੇ ਵਾਸਤੇ ਫਿਰ ਮੰਗਲਾਚਰਨ ਹੈ। ਮੰਗਲਾਚਰਨ ਤੋਂ ਜਿਹੜਾ ਪਤਾ ਲੱਗ ਜਾਂਦਾ ਹੈ ਕਿ ਗ੍ਰੰਥਕਾਰ ਜਿਹੜਾ ਹੈ ਉਹਦੀ ਆਸਤਕਤਾ ਤੇ ਇਸ਼ਟਾਪਤੀ ਕੀ ਹੈ, ਉਹ ਪਤਾ ਲੱਗ ਜਾਂਦਾ ਹੈ ਇਹ ਕਿਹੋ ਜਿਹਾ ਹੈ। ਗਿਆਨੀ ਗਿਆਨ ਸਿੰਘ ਜੀ ਇੱਕ ਨਹੀਂ ਸਗੋਂ ਕਈ ਮੰਗਲ ਕਰਦੇ ਨੇ। ਜਦੋਂ ਗ੍ਰੰਥ ਦੀ ਇਸ ਦੀ ਆਰੰਭਤਾ ਕਰਦੇ ਆ ਨਾ, ਤਾਂ ਇੱਕ ਮੰਗਲ ਨਹੀਂ ਕੀਤਾ ਗਿਆਨੀ ਗਿਆਨ ਸਿੰਘ ਜੀ ਨੇ, ਕਈ ਮੰਗਲ ਕੀਤੇ ਆ। ਲਗਭਗ 18 ਮੰਗਲ ਨੇ ਗਿਆਨੀ ਗਿਆਨ ਸਿੰਘ ਜੀ ਨੇ। ਇਉਂ ਇਸ਼ਟ ਮੰਗਲ, ਕਵੀ ਸੰਕੇਤਕ, ਮਰਿਆਦਾ ਮੰਗਲ ਇਉਂ ਹੋ ਜਾਂਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਥ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥ ਲਿਖਿਆ। ਤੇ ਕਹਿੰਦੇ ਹੁਣ ਮੈਂ ਭਾਈ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਲਿਖਦਾ ਹਾਂ। ਅੱਗੇ ਇਸ਼ਟ ਦੇਵ ਸਾਂਝਾ ਮੰਗਲ ਕਰ ਰਹੇ ਹਨ। ਏਕ ਹਰੀ ਦੋਹਰਾ, ਏਕ ਹਰੀ ਦਾਸ ਰੂਪ ਗੁਰ, ਗ੍ਰੰਥ ਪੰਥ ਕੋ ਬੰਦ। ਹੁਣ ਇਹ ਅਕਾਲ ਪੁਰਖ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਸਾਂਝੇ ਰੂਪ ਦੇ ਵਿੱਚ ਮੰਗਲ ਕਰਤਾ
ਕਿ ਜੋ ਏਕ ਹੈ, ਜਿਹਦੇ ਵਰਗਾ ਹੋਰ ਕੋਈ ਨਹੀਂ ਹੈ ਦੂਜਾ, ਅਦੁੱਤੀ ਹੈ, ਲਾਸਾਨੀ ਹੈ, ਲਾ ਸ਼ਰੀਕ ਹੈ, ਜਿਹਦਾ ਕੋਈ ਸ਼ਰੀਕ ਨਹੀਂ ਹੈ। ਏਕ ਹਰੀ, ਹਰੀ ਦਾ ਭਾਵ ਹੈ ਜੋ ਹਰ ਇੱਕ ਦੇ ਵਿੱਚ ਵੱਸਦਾ ਹੈ। ਹਰੀ ਦਾ ਭਾਵ ਇਹ ਵੀ ਹੈ ਜਿਹੜਾ ਪਾਪਾਂ ਨੂੰ ਨਾਸ਼ ਕਰਦਾ ਹੈ। ਹਰੀ ਦਾ ਭਾਵ ਇਹ ਹੈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਅਕਾਲ ਪੁਰਖ। ਏਕ ਹਰੀ 10 ਰੂਪ ਗੁਰ, 10 ਗੁਰੂ ਸਾਹਿਬਾਨ ਜੋ ਇੱਕ ਪ੍ਰਮਾਤਮਾ ਦਾ ਸਰਗੁਣ ਸਰੂਪ ਹੈ, 10 ਗੁਰੂ ਸਾਹਿਬਾਨ। ਇਹਨਾਂ ਦੇ ਅੱਗੇ ਗ੍ਰੰਥ ਪੰਥ ਕੋ ਬੰਦ। ਫਿਰ ਅੱਗੇ ਗ੍ਰੰਥ ਕੀ ਹੈ ਭਾਈ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਗੁਰ ਸ਼ਬਦ ਜਿਹੜਾ ਇਹਨੂੰ ਦੇਹਲੀ ਸਰੂਪ ਮੰਨਣਾ, ਜਿਵੇਂ ਦੇਹਲੀ ਦੀਪਕ ਦਾ ਰੂਪ ਹੈ। ਏਕ ਹਰੀ 10 ਰੂਪ ਗੁਰ, ਗ੍ਰੰਥ ਪੰਥ ਕੋ ਬੰਦ। ਇਹ ਗੁਰ ਸ਼ਬਦ ਇੱਧਰ ਵੀ ਆ ਗਿਆ, ਗੁਰ ਗ੍ਰੰਥ ਪੰਥ ਕੋ ਬੰਦ। ਦੇਹਲੀ ਦੇ ਵਿੱਚ ਇਹਨੂੰ ਗੁਰਮੁਖ ਜਨ ਕਹਿੰਦੇ। ਇਸ ਤਰ੍ਹਾਂ ਸ਼ਬਦ ਨੂੰ ਵਰਤਣਾ, ਉਧਰ ਵੀ ਜੁੜ ਜੇ ਤੇ ਉਧਰ ਵੀ ਜੁੜ ਜਾਵੇ। ਉਹਦਾ ਜਿਵੇਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਆਂ, ਉਹਦੇ ਵਿੱਚ ਆਉਂਦਾ ਹੈ ਕਿ ਆਗਾਸਾਂ ਆਗਾਸ ਲੱਖ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਇਹ ਲੱਖ ਸ਼ਬਦ ਵਿੱਚ ਆ ਗਿਆ ਨਾ ਵਿਚਾਲੇ। ਆਗਾਸਾਂ ਆਗਾਸ, ਪਾਤਾਲਾਂ ਪਾਤਾਲ। ਪਤਾਲ ਦੇ ਨਾਲ ਵੀ ਤੇ ਆਕਾਸ਼ ਨਾਲ ਵੀ ਇੱਕੋ ਹੀ ਸ਼ਬਦ ਵਿਚਾਲੇ ਲਾਤਾ। ਉਹਦੇ ਨਾਲ ਕੀ ਹੋ ਗਿਆ? ਇਹਨੂੰ ਕਹਿੰਦੇ ਨੇ ਦੇਹਲੀ ਦੀਪਕ। ਦੇਹਲੀ ਦੀਪਕ ਦਾ ਭਾਵ ਹੁੰਦਾ ਜਿਵੇਂ ਦਰਵਾਜ਼ੇ ਦੀ ਦੇਹਲੀ ਹੈ, ਦੇਹਲੀ ਦੇ ਵਿੱਚ ਦੀਵਾ ਰੱਖ ਦਿਓ, ਬਾਹਰ ਵੀ ਚਾਨਣ ਕਰੀ ਜਾਂਦਾ, ਅੰਦਰ ਵੀ ਚਾਨਣ ਕਰ ਦਿੰਦਾ। ਇਹ ਗ੍ਰੰਥਾਂ ਵਿਦਵਾਨਾਂ ਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ ਬੇਅੰਤ ਜਗ੍ਹਾ ਤੇ ਦੇਹਲੀ ਦੀਪਕ ਸ਼ਬਦ ਮਹਾਰਾਜ ਨੇ ਵਰਤੇ ਨੇ। ਤੇ ਉਹ ਭਾਈ ਪਤਾਲਾਂ ਦੇ ਨਾਲ ਵੀ ਲੱਗ ਗਿਆ, ਆਕਾਸ਼ਾਂ ਨਾਲ ਵੀ ਲੱਗ ਗਿਆ। ਇਸ ਤਰ੍ਹਾਂ ਇੱਥੇ ਗੁਰ ਸ਼ਬਦ ਨੂੰ ਦੇਹਲੀ ਦੀਪਕ ਰੂਪ ਜਾਣਨਾ। ਇਹ ਅਕਾਲ ਪੁਰਖ, ਇੱਕ ਅਕਾਲ ਪੁਰਖ, ਫਿਰ 10 ਗੁਰੂ ਸਾਹਿਬਾਨ। ਗ੍ਰੰਥ ਪੰਥ ਕੋ ਬੰਦ। ਗੁਰੂ ਗ੍ਰੰਥ ਸਾਹਿਬ ਪੰਥ ਜਿਹੜਾ ਤੀਸਰ ਖਾਲਸਾ ਪੰਥ, ਬੰਦ ਨਾਮ ਹੈ ਬੰਦਨਾ ਦਾ। ਸੁਖ ਇਸ ਤਰ੍ਹਾਂ ਬੰਦਨਾ ਕਰਦਾ। ਇੱਕ ਅਕਾਲ ਪੁਰਖ, 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਪੰਥ ਖਾਲਸੇ ਨੂੰ ਬੰਦਨਾ ਹੈ, ਨਮਸਕਾਰ ਹੈ। ਗ੍ਰੰਥ ਪੰਥ ਪ੍ਰਕਾਸ਼ ਜਹ, ਅਬ ਬਰਨੋ ਸੁਖ ਕੰਦ। ਸੁਖ ਕੰਦ ਕਹਿੰਦੇ ਨੇ, ਕੰਦ ਨਾਮ ਬੱਦਲ ਦਾ, ਕੰਦ ਨਾਮ ਫਲ ਰੂਪ ਦਾ ਵੀ ਹੈ। ਸੁੱਖਾਂ ਦਾ ਬੱਦਲ, ਸੁੱਖਾਂ ਦਾ ਫਲ। ਭਾਈ ਸਾਹਿਬ ਭਾਈ ਗਿਆਨੀ ਗਿਆਨ ਸਿੰਘ ਜੀ ਬਚਨ ਕਰਦੇ ਕਿ ਇਹ ਸੁੱਖਾਂ ਦਾ ਫਲ ਸਰੂਪ ਜੋ ਭਾਈ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਹੈ, ਉਹ ਹੁਣ ਮੈਂ ਕਥਨ ਕਰਦਾ, ਭਾਵ ਲਿਖਦਾ ਹਾਂ। ਗਿਆਨੀ ਜੀ ਨੇ ਜਿੰਨੇ ਦੇਖੋ ਇਹ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਆਰੰਭ ਵਿੱਚ ਦੋਹਰੇ ਵਿੱਚ ਹੀ ਪਹਿਲੀ ਤੁਕ ਵਿੱਚ ਹੀ ਹੁਣ ਆਪਾਂ ਨੂੰ ਦੱਸਤਾ ਕਿ ਇਸ਼ਟ ਦੇਵ ਕੀ ਹੈ। ਅਕਾਲ ਪੁਰਖ, 10 ਗੁਰੂ ਸਾਹਿਬਾਨ ਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਔਰ ਨਾਲ ਹੀ ਪੰਥ ਗੁਰੂ ਖਾਲਸਾ ਪੰਥ। ਇਹ ਸਿਧਾਂਤ ਗੁਰਮਤ ਦਾ ਜਿਹਦੇ ਤੇ ਅਟਲ ਵਿਸ਼ਵਾਸ ਹੈ ਗਿਆਨੀ ਗਿਆਨ ਸਿੰਘ ਜੀ ਨੂੰ। ਵਾਹਿਗੁਰੂ ਇੱਕ ਹੈ, ਉਹੀ ਸਾਰਿਆਂ ਦੀ ਕਲਿਆਣ ਕਰਨ ਹਿੱਤ ਉਹਨੇ 10 ਸਰੂਪ ਜਾਮੇ ਧਾਰੇ। ਔਰ 10ਵੇਂ ਜਾਮਾ ਜੋਤੀ ਜੋ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਗਟ ਗੁਰਾਂ ਕੀ ਦੇ ਗੁਰੂ ਮਾਨਿਓ ਗ੍ਰੰਥ ਕਹਿ ਕੇ ਆਪਣੇ ਹੱਥੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ। ਔਰ ਸਾਰੇ ਖਾਲਸੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਕੇ ਤੇ ਖਾਲਸੇ ਪੰਥ ਨੂੰ ਵੀ ਆਪਣਾ ਰੂਪ ਕਿਹਾ। ਇਸ ਕਰਕੇ ਜਿੱਥੇ ਅਕਾਲ ਪੁਰਖ ਨੂੰ ਨਮਸਕਾਰ ਕੀਤੀ, 10 ਪਾਤਸ਼ਾਹੀਆਂ ਨੂੰ ਕੀਤੀ, ਗੁਰੂ ਗ੍ਰੰਥ ਸਾਹਿਬ ਨੂੰ ਕੀਤੀ, ਪੰਥ ਨੂੰ ਵੀ ਕੀਤੀ ਹੈ ਨਾਲ। ਕਿਉਂ ਕੀਤੀ ਹੈ? ਮਹਾਰਾਜ ਨੇ ਕਿਹਾ ਹੈ ਨਾ 10ਵੇਂ ਪਾਤਸ਼ਾਹ ਨੇ, ਖਾਲਸਾ ਮੇਰੋ ਰੂਪ ਹੈ ਖਾਸ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖਿਆ, ਗੁਰੂ ਗ੍ਰੰਥ ਸਾਹਿਬ ਦੀ ਤਾਬੇਦਾਰੀ ਵਿੱਚ ਚੱਲਦਾ ਹੋਇਆ ਪੰਥ ਵੀ ਗੁਰੂ ਦੇ ਸਰੀਰ ਦੀ ਪ੍ਰਤੀਨਿਧਤਾ ਕਰਦਾ। ਜਿਵੇਂ ਆਤਮਾ ਗ੍ਰੰਥ, ਸਰੀਰ ਪੰਥ।
ਗੁਰੂ ਗ੍ਰੰਥ ਸਾਹਿਬ ਗੁਰੂ ਦੀ ਆਤਮਾ ਜੋਤ ਹੈ ਤੇ ਪੰਥ ਖਾਲਸਾ ਗੁਰੂ ਦਾ ਸਰੀਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਆਤਮਾ ਸਰੂਪ ਹੈ। ਤੋ ਕਵੀ ਜਿਹੜੇ ਹਨ ਜਿੰਨੇ ਹੋਰ ਵੀ, ਜਾਂ ਇੱਥੇ ਗਿਆਨੀ ਗਿਆਨ ਸਿੰਘ ਜੀ, ਜਿੰਨੇ ਆਪਾਂ ਹੋਰ ਕਵੀਆਂ ਦਾ ਵੀ ਹੈ, ਕੋਈ ਗੁਰੂ ਸਿੱਖ ਧਰਮ ਨੂੰ ਦੇ ਸ਼ਰਧਾਲੂ, ਹੋਰ ਵੀ ਜਿਹੜੇ ਕੋਈ ਕਵੀ ਹੋਏ, ਉਹਨਾਂ ਨੇ ਆਪਣੇ ਰੂਪ ਦੇ ਵਿੱਚ ਆਮ ਤੌਰ ਤੇ, ਜਿਵੇਂ ਹਿੰਦੂ ਧਰਮ ਦੇ ਵਿੱਚ ਇੱਕ ਗੱਲ ਤੁਸੀਂ ਦੇਖੋ, ਸਭ ਤੋਂ ਪਹਿਲਾਂ ਗਣੇਸ਼ ਦਾ ਪੂਜਨ ਕਰਦੇ ਆ, ਮੰਗਲ ਕਰਦੇ ਨੇ, ਤੇ ਉਹਨਾਂ ਨੇ ਹੌਲੀ ਹੌਲੀ ਇਹ ਕਵੀਆਂ ਦਾ ਕਿ ਕੋਈ ਕੰਮ ਆਰੰਭ ਕਰਨਾ ਹੈ ਗਣੇਸ਼, ਸ਼੍ਰੀ ਗਣੇਸ਼ ਕਰਨਾ ਹੈ, ਇਹ ਇੱਕ ਮਰਿਆਦਾ ਬਣ ਗਈ। ਇੱਥੇ ਹੁਣ ਭਾਈ ਸਾਹਿਬ ਜੀ ਗਿਆਨੀ ਗਿਆਨ ਸਿੰਘ ਜੀ ਇੱਕ ਗੱਲ ਤੁਸੀਂ ਵੇਖੋਗੇ, ਵਾਹਿਗੁਰੂ ਦਾ, ਦਸਾਂ ਪਾਤਸ਼ਾਹੀਆਂ ਦਾ ਮੰਗਲ ਕਰਦੇ ਨੇ। ਪਹਿਲਾ ਨੰਬਰ ਅਕਾਲ ਪੁਰਖ ਵਾਹਿਗੁਰੂ ਦਾ ਤੇ 10 ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪੰਥ ਖਾਲਸੇ ਦਾ ਰੱਖਿਆ। ਗੁਰੂ ਮਹਾਰਾਜ ਤੇ ਇਤਨਾ ਵਿਸ਼ਵਾਸ ਔਰ ਭਾਵਨਾ ਹੈ ਕਿ ਗੁਰਮਤਿ ਤੋਂ ਚੰਗੀ ਤਰ੍ਹਾਂ ਜਾਣੂ ਨੇ। ਸਾਰੇ ਇਹ ਗ੍ਰੰਥ ਜੋ ਹੈ ਸੁੱਖਾਂ ਦਾ ਸੋਮਾ ਹੈ। ਸਾਰਿਆਂ ਦੀ ਬੰਦਨਾ ਕਰਨ ਤੋਂ ਬਾਅਦ ਗ੍ਰੰਥ ਪੰਥ ਪ੍ਰਕਾਸ਼ ਜੈ ਅਬ ਵਰਨੋ ਸੁਖ ਕੰਦ, ਕਹਿੰਦੇ ਇਹ ਭਾਈ ਸੁੱਖਾਂ ਦਾ ਕੰਦ ਗ੍ਰੰਥ ਮੈਂ ਕਹਿਣ ਲੱਗਿਆ ਹਾਂ। ਸਵਈਆ ਵਾਹਿਗੁਰੂ ਵਰ ਮੰਤਰ ਰਾਜ। ਹੁਣ ਅੱਗੇ ਵਾਹਿਗੁਰੂ ਜੋ ਹੈ ਪਰਮੇਸ਼ਰ ਪਰਮਾਤਮਾ, ਵਾਹਿਗੁਰੂ ਸ਼ਬਦ ਦੀ ਮਹਿਮਾ ਰੂਪ ਮੰਗਲ ਕਰਦੇ ਆ। ਵਾਹਿਗੁਰੂ ਵਰ ਮੰਤਰ ਰਾਜ, ਵਰ ਨਾਮ ਹੁੰਦਾ ਸ੍ਰੇਸ਼ਟ ਦਾ, ਉੱਤਮ ਦਾ। ਮੰਤਰ ਰਾਜ ਕਹਿੰਦੇ ਨੇ ਮੰਤਰਾਂ ਦਾ ਰਾਜਾ, ਸ਼੍ਰੋਮਣੀ ਮੰਤਰ ਜੋ ਸਾਰਿਆਂ ਤੋਂ ਸ਼੍ਰੋਮਣੀ ਹੈ। ਇਹ ਦੁਨੀਆ ਦੇ ਜਿੰਨੇ ਵੀ ਮੰਤਰ ਨੇ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵਾਹਿਗੁਰੂ ਜੋ ਹੈ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਵਾਹਿਗੁਰੂ ਗੁਰ ਮੰਤਰ ਹੈ। ਵਾਹਿਗੁਰੂ ਜਿਹੜਾ ਮੰਤਰ ਹੈ ਇਹ ਸਾਰਿਆਂ ਦਾ ਸ੍ਰੇਸ਼ਟ, ਵਰਨਾਮ ਸ੍ਰੇਸ਼ਟ, ਮੰਤਰ ਰਾਜ, ਸਾਰੇ ਮੰਤਰਾਂ ਦਾ ਰਾਜਾ ਮੰਤਰ ਹੈ, ਸ਼੍ਰੋਮਣੀ ਮੰਤਰ। ਉਚਾਰਨ ਤੈ ਅਗ ਓਗ ਨਸੈ ਹੈ। ਤੇ ਜੋ ਭਾਈ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਚਾਰਨ ਕਰਦਾ ਹੈ, ਸਿਮਰਨ ਦੇ ਕਰਨ ਨਾਲ ਸਾਰੇ ਪਾਪ, ਅਗ ਨਾਮ ਪਾਪਾਂ ਦਾ, ਸਾਰੇ ਪਾਪ ਦੂਰ ਹੋ ਜਾਂਦੇ ਹਨ। ਦਾਸਨ ਕੀ ਭਵ ਪਾਸ ਬਿਨਾਸਕ। ਤੇ ਜਿਹੜੇ ਦਾਸ ਨੇ, ਦਾਸਨ ਕੀ ਭਵ ਪਾਸ ਬਿਨਾਸਕ, ਜਿਹੜੇ ਦਾਸ ਹਨ ਗੁਰੂ ਮਹਾਰਾਜ ਦੇ, ਪਰਮਾਤਮਾ ਦੇ, ਉਹਨਾਂ ਦਾ ਭਾਵ ਨਾਮ ਹੈ ਜੰਮਣਾ ਤੇ ਮਰਨ ਸਰੂਪ ਸੰਸਾਰ ਰੂਪੀ ਭਵਜਲ। ਪਾਸ ਨਾਮ ਹੈ ਫਾਹੀ ਦਾ, ਫਾਸੀ ਦਾ। ਵਿਨਾਸ਼ਕ, ਇਹ ਦੂਰ ਹੋ ਜਾਂਦੇ ਨੇ, ਵਿਨਾਸ਼ ਕਰਨ ਵਾਲਾ, ਕੱਟਣ ਵਾਲਾ ਹੈ। ਦਾਸਨ ਕੀ, ਜਿਹੜੇ ਦਾਸ ਹਨ, ਭਵ ਪਾਸ ਵਿਨਾਸ਼ਕ। ਜੋ ਵਾਹਿਗੁਰੂ ਮੰਤਰ ਹੈ ਇਹ ਦਾਸ ਜਨ ਸੇਵਕਾਂ ਦੀ ਜਿਹੜੀ ਸੰਸਾਰ ਰੂਪੀ ਜੰਮਣ ਮਰਨ ਦੀ ਭੌਜਲ ਦੀ ਫਾਹੀ ਹੈ, ਫਾਸੀ ਹੈ, ਉਹਨੂੰ ਵਿਨਾਸ਼ ਕਰਨ ਵਾਲਾ, ਕੱਟਣ ਵਾਲਾ ਹੈ। ਯਾ ਸਮ ਔਰ ਨ ਕੋ ਕਲ ਮੈਂ ਹੈ। ਤੇ ਇਹ ਵੀ ਦੱਸ ਦਿੱਤਾ ਕਿ ਵਾਹਿਗੁਰੂ ਮੰਤਰ ਵਰਗਾ ਭਾਈ ਕਲਯੁਗ ਦੇ ਵਿੱਚ ਹੋਰ ਕੋਈ ਇਤਨਾ ਮਹਾਨ ਦੂਸਰਾ ਮੰਤਰ ਨਹੀਂ ਹੈ, ਇਤਨਾ ਕੋਈ ਪ੍ਰਭਾਵਸ਼ਾਲੀ, ਇਤਨਾ ਜਿਹੜਾ ਹੈ ਸ਼੍ਰੋਮਣੀ ਮੰਤਰ ਹੋਰ ਕੋਈ ਨਹੀਂ। ਚਾਰ ਪਦਾਰਥ ਔ ਪਰਮਾਰਥ। ਚਾਰ ਪਦਾਰਥ ਮੰਨੇ ਨੇ, ਧਰਮ, ਅਰਥ, ਕਾਮ, ਮੋਕਸ਼। ਤੇ ਫਿਰ ਕਿਹਾ ਹੈ ਔ ਪਰਮਾਰਥ। ਔ ਪਰਮਾਰਥ, ਪਰਮ ਅਰਥ। ਪਰਮਾਰਥ ਤੋਂ ਭਾਵ ਕੀ ਹੈ? ਪਰਮ ਕੀ ਹੈ? ਸਭ ਤੋਂ ਉੱਤਮ ਪਦਾਰਥ। ਪਰਮ ਅਰਥ ਜਿਹੜਾ ਸਾਡਾ ਮੁੱਖ ਪ੍ਰਯੋਜਨ ਹੈ ਉਹ ਹੈ ਸਾਡੀ ਆਤਮਿਕ ਵਿਦਿਆ, ਜਾਂ ਕਹੀਏ ਕੇਵਲ ਮੁਕਤੀ ਦੀ ਪ੍ਰਾਪਤੀ। ਇਸ ਤਰ੍ਹਾਂ ਵਾਹਿਗੁਰੂ ਮੰਗਲ ਕਰਦੇ, ਵਾਹਿਗੁਰੂ ਦੀ ਉਪਮਾ ਕਿ ਚਾਰੇ ਪਦਾਰਥ ਤੇ ਜਿਹੜੇ ਭਾਈ ਉੱਪਰ ਆਤਮਿਕ ਬ੍ਰਹਮ ਵਿਦਿਆ, ਕੇਵਲ ਮੁਕਤੀ ਹੈ,
ਸਵਾਰਥ ਸਿੱਧ ਸਭੀ ਕਰ ਦੈ ਹੈ। ਇਹ ਵਾਹਿਗੁਰੂ ਮੰਤਰ ਚਾਰੇ ਪਦਾਰਥ ਬਖਸ਼ਣ ਵਾਲਾ ਹੈ, ਕੇਵਲ ਮੁਕਤੀ ਦੇਣ ਵਾਲਾ ਹੈ। ਤੇ ਜਿੰਨੇ ਵੀ ਭਾਈ ਸਾਡੀਆਂ ਗਰਜਾਂ ਨੇ, ਸਵਾਰਥ ਨੇ, ਸਿੱਧ ਸਭੀ ਕਰ ਦੈ ਹੈ। ਵਾਹਿਗੁਰੂ ਮੰਤਰ ਜਪ ਲਵੇ ਕੋਈ, ਵਾਹਿਗੁਰੂ ਸ਼ਬਦ ਸਾਰੇ ਪਦਾਰਥਾਂ ਦੀ ਪ੍ਰਾਪਤੀ ਕਰਾ ਦਿੰਦਾ, ਸਾਰੀਆਂ ਗਰਜਾਂ ਪੂਰੀਆਂ ਕਰ ਦਿੰਦਾ ਹੈ, ਸਭ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ। ਗਿਆਨ ਹਰੀ ਇਸ ਨਾਮ ਕੀ ਸ਼ਾਮ। ਤੇ ਗਿਆਨ ਹਰੀ, ਗਿਆਨ ਹਰੀ ਗਿਆਨ ਸਿੰਘ ਕਵੀ ਭਾਵ ਕਹਿੰਦੇ ਮੈਂ ਗਿਆਨ ਸਿੰਘ। ਇਹ ਗਿਆਨ ਸਿੰਘ ਨੇ, ਗਿਆਨ ਹਰੀ ਇਸ ਨਾਮ ਕੀ ਸ਼ਾਮ। ਸ਼ਾਮ ਨਾਮ ਹੁੰਦਾ ਸ਼ਰਨ। ਇਸ ਵਾਹਿਗੁਰੂ ਮੰਤਰ ਨਾਮ ਦੀ ਸ਼ਰਨ ਵਿੱਚ ਆ ਗਿਆ ਗਿਆਨੀ ਗਿਆਨ ਸਿੰਘ ਜੀ। ਆਪਣੇ ਤੇ ਕਹਿੰਦੇ ਕਵੀ ਗਿਆਨ ਸਿੰਘ ਨੇ ਵਾਹਿਗੁਰੂ ਨਾਮ ਦੀ ਸ਼ਰਨ ਲੈ ਲਈ ਹੈ। ਧਰੀ ਮੁੱਦ ਮੰਗਲ ਦਾ ਲਖ ਕਹਿ ਹੈ। ਜੋ ਭਾਈ ਇਹ ਜੋ ਵਾਹਿਗੁਰੂ ਮੰਤਰ ਹੈ, ਧਰੀ ਕਹੀਏ ਧਾਰਨਾ ਮੈਂ ਗ੍ਰਹਿਣ ਕਰ ਲਈ ਸ਼ਰਨ। ਮੁੱਦ, ਮੁੱਦ ਨਾਮ ਹੈ ਖੁਸ਼ੀ ਦਾ, ਆਨੰਦ, ਖੁਸ਼ੀਆਂ। ਮੰਗਲ ਦਾ ਲਖ ਕਹਿ ਹੈ। ਮੈਂ ਇਸ ਸ਼ਬਦ ਨੂੰ ਖੁਸ਼ੀਆਂ ਆਨੰਦ ਦਾ ਦਾਤਾ ਜਾਣ ਕਰਕੇ ਇਸ ਸ਼ਬਦ ਦੀ ਸ਼ਰਨ ਲੈ ਲਈ, ਕਿਉਂਕਿ ਆਨੰਦ ਖੁਸ਼ੀਆਂ ਦੇਣ ਵਾਲਾ ਹੈ। ਹੁਣ ਇਥੋਂ ਕਵੀ ਭਾਈ ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਇਸ਼ਟ ਦੇਵ ਦੇ ਮੰਗਲ ਹਨ। ਪਹਿਲਾਂ ਨਾਮ ਦਾ ਮੰਗਲ, ਅਕਾਲ ਪੁਰਖ ਦਾ ਮੰਗਲ ਦੇਖਣ ਤੋਂ ਪਹਿਲਾਂ ਨਾਮ ਦਾ ਮੰਗਲ। ਗੁਰਮਤਿ ਵਿੱਚ ਨਾਮੀ ਦੀ ਹੋਂਦ ਨੂੰ ਪ੍ਰਗਟ ਕਰਨ ਵਾਸਤੇ ਮੰਨਿਆ ਕਿ ਨਾਮ ਜਿਹੜਾ ਹੈ ਨਾ, ਉਹ ਨਾਮੀ ਤੋਂ ਵੀ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ। ਨਾਮ ਤੋਂ ਬਿਨਾਂ ਨਾਮੀ ਦੀ ਕੋਈ ਹਸਤੀ ਨਹੀਂ ਹੈ। ਕਿਸੇ ਹੁਣ ਵਸਤੂ ਦੀ ਹੋਂਦ ਜਿਹੜੀ ਹੈ ਉਹਦੇ ਨਾਮ ਵਿੱਚ ਹੀ ਹੈ। ਜੇ ਕੋਈ ਪਦਾਰਥ ਦਾ ਨਾਮ ਹੀ ਨਹੀਂ ਸੰਸਾਰ 'ਚ, ਉਹਦੀ ਕੀ ਹੋਂਦ ਹੈ? ਇਸ ਕਰਕੇ ਸਿਰਜਣਹਾਰ ਦੀ ਹੋਂਦ ਜਿਹੜੀ ਹੈ ਉਹਦੇ ਨਾਮ ਕਰਕੇ ਹੈ। ਨਾਮ ਤੋਂ ਬਿਨਾਂ ਉਹਦੀ ਹਸਤੀ ਬਾਰੇ ਪਤਾ ਨਹੀਂ ਲੱਗ ਸਕਦਾ। ਇਹ ਸੰਸਾਰ ਦੀ ਰਚਨਾ ਸਿਰਜਣਹਾਰ ਦੀ ਹੋਂਦ ਦਾ ਪਤਾ ਦਿੰਦੀ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਸੰਸਾਰ ਵਾਹਿਗੁਰੂ ਦਾ ਰੂਪ ਹੈ, ਹੋਂਦ ਨੂੰ ਪ੍ਰਗਟ ਕਰਦਾ। ਇਸ ਕਰਕੇ ਨਾਉ ਹੈ ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਨਾਮ ਤੇ ਨਾਮੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਨਾਮ ਨਾਮੀ ਅਭੇਦਤਾ ਹੈ। ਦੋਨੋਂ ਇੱਕ ਦੂਜੇ 'ਚ ਇੱਕ ਮਿੱਕ ਨੇ। ਦੂਜਾ ਕੋਈ ਨਖੇੜਿਆ ਨਹੀਂ ਜਾ ਸਕਦਾ। ਨਾਮ ਨੂੰ ਨਾਮੀ ਨਾਲੋਂ ਨਖੇੜ ਕੇ ਨਹੀਂ ਵੇਖਿਆ ਜਾ ਸਕਦਾ। ਇਸ ਕਰਕੇ ਗੁਰਬਾਣੀ ਵਿੱਚ ਨਾਮ ਤੋਂ ਹੀ ਸਾਰੇ ਜਗਤ ਦੀ ਉਤਪਤੀ ਵੀ ਕਹਿਤਾ। ਨਾਮੈ ਹੀ ਤੇ ਸਭ ਕੁਛ ਹੋਆ। ਮਹਾਰਾਜ ਇਹ ਕਿ ਆਪਾਂ ਇਹ ਕਹਿੰਦੇ ਅਕਾਲ ਪੁਰਖ ਨੇ ਸਭ ਕੁਝ, ਇੱਥੇ ਮਹਾਰਾਜ ਕਹਿੰਦੇ ਨਾਮ ਤੋਂ ਹੀ ਸਾਰਾ ਕੁਝ। ਕਿਉਂਕਿ ਨਾਮ ਤੇ ਨਾਮੀ 'ਚ ਫਰਕ ਹੀ ਕੋਈ ਨਹੀਂ। ਭੇਦਤਾ, ਉਹ ਭੇਦ ਕੋਈ ਨਹੀਂ, ਭੇਦਤਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਸੁਖਮਨੀ ਸਾਹਿਬ ਬਾਣੀ ਪੜ੍ਹਦੇ ਆ। ਨਾਮੀ ਨੂੰ ਮਿਲਾਉਣ ਵਾਲਾ ਵੀ ਨਾਮ ਹੈ, ਇਹ ਸਾਧਨ ਹੈ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਮਿਲੇ ਨਾਮ ਤੇ ਨਾਮੀ ਨੀਕੇ, ਨਾਮ ਬਿਨਾ ਸਭ ਕਾਰਜ ਫੀਕੇ। ਨਾਮ ਦਾ ਤੱਤ ਸਾਰਿਆਂ ਤੱਤਾਂ ਵਿੱਚੋਂ ਸ਼੍ਰੋਮਣੀ ਹੈ। ਨਾਮ ਤੱਤ ਸਭ ਹੀ ਸਿਰ ਜਾਪੈ, ਬਿਨ ਨਾਵੇ ਦੁੱਖ ਕਾਲ ਸੰਤਾਪੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਾਮ ਦੇ ਬਰਾਬਰ ਹੋਰ ਕੋਈ ਵੀ ਸਾਧਨ ਨਹੀਂ ਆ ਸਕਦਾ। ਆਪਾਂ ਬਾਣੀ ਪੜ੍ਹਦੇ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਕਿਤੇ ਬਚਨ ਆਉਂਦੇ ਨੇ, ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੈ ਗਤ ਪਾਵੈ, ਔਰ ਧਰਮ ਤਾਕੈ ਸਮ ਨਾਹਿਨ, ਇਹ ਵਿਦ ਬੇਦ ਬਤਾਵੈ। ਗੁਰਮਤਿ ਦੇ ਵਿੱਚ ਵਾਹਿਗੁਰੂ ਦਾ ਨਿਰਗੁਣ ਤੇ ਸਰਗੁਣ ਦੋਹਾਂ ਰੂਪਾਂ ਤੋਂ ਨਾਮ ਨੂੰ ਵੱਡਾ ਕਿਹਾ। ਇਉਂ ਨਾਗੁਣ ਤੇ ਅਰ ਸਾਗੁਣ ਤੇ ਗੁਰ ਕੇ ਮਤ ਮੈਂ ਵੱਡ ਨਾਮ ਪਛਾਨੋ। ਇਹ ਨਾਨਕ ਪ੍ਰਕਾਸ਼ ਦੇ ਵਿੱਚ ਗਿਆਨੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ। ਨਿਰਗੁਣ ਤੇ ਸਰਗੁਣ ਸਾਰੇ ਨਾਮਾਂ ਵਿੱਚੋਂ ਵਾਹਿਗੁਰੂ ਨਾਮ ਸ਼੍ਰੋਮਣੀ ਹੈ। ਨਿਰਗੁਣ ਸਰਗੁਣ ਨਾਮ ਜੋ ਹੈ, ਨਿਰਗੁਣ ਸਰਗੁਣ ਨਾਮ ਜੇ ਵਾਹਿਗੁਰੂ ਤਿਨ ਮੇਰ। ਇਹ ਵੀ ਗੱਲ ਗਿਆਨੀ ਭਾਈ ਸੰਤੋਖ ਸਿੰਘ ਜੀ ਨੇ ਲਿਖੀ।
ਤੋ ਇਹ ਜੋ ਵਾਹਿਗੁਰੂ ਮੰਤਰ ਹੈ ਇਹ ਸਾਰੇ ਮੰਤਰਾਂ ਦਾ ਰਾਜਾ ਇਸ ਕਰਕੇ ਹੈ ਕਿ ਇਹਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਿਆ। ਗੁਰੂ ਨਾਨਕ ਦੇ ਪਾਤਸ਼ਾਹ ਦੀ ਅੰਮ੍ਰਿਤ ਰੂਪ ਰਸਨਾ ਤੋਂ ਅੰਮ੍ਰਿਤ ਛੋਹ ਲੈ ਕੇ ਪ੍ਰਗਟ ਹੋਇਆ ਸ਼ਬਦ ਹੈ। ਗੁਰੂ ਨਾਨਕ ਦੇ ਪਾਤਸ਼ਾਹ ਨੇ ਜਗਤ ਨੂੰ ਆਪਣੇ ਵੱਲੋਂ ਇਹ ਗੁਰਮੰਤਰ ਦਿੱਤਾ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਂ ਮੈਂ ਖੋਈ। ਇਸ ਕਰਕੇ ਨਾਮ ਦੀ ਜਿਹੜੀ ਮਹਿਮਾ ਬੇਅੰਤ ਹੈ। ਤੋ ਗਿਆਨੀ ਜੀ ਪਾਪਾਂ ਦਾ ਨਾਸ਼ਕ, ਜਨਮ ਮਰਨ ਦੀ ਫਾਹੀ ਕੱਟਣ ਵਾਲਾ, ਸਾਰੇ ਪਦਾਰਥਾਂ ਦਾ ਦਾਤਾ, ਆਨੰਦ ਖੁਸ਼ੀ ਦਾ ਸੋਮਾ, ਇਹਦੇ ਗੁਣਾਂ ਦਾ, ਇਹਦੇ ਜਾਪ ਦਾ ਫਲ ਉਹ ਅਨੁਭਵ ਹੋ ਸਕਦਾ ਜਿਨ੍ਹਾਂ ਨੇ ਸਿਮਰਨ ਦੇ ਆਨੰਦ ਨੂੰ ਮਾਣਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਸਵਈਏ ਦੇ ਵਿੱਚ ਵਾਹਿਗੁਰੂ ਮੰਤਰ ਕਹਿਣ ਦੀ ਦੇਖੋ ਵਡਿਆਈ ਦੱਸਦੇ ਆ। ਭਾਈ ਸਾਹਿਬ ਕਹਿੰਦੇ, ਜੈਸੇ 68 ਤੀਰਥ ਪਰਸ ਕੀਏ, ਜੁਗ 4 ਚੜਿਓ ਕੈਲਾਸ ਰਹਿਓ। 68 ਤੀਰਥ ਵੀ ਜਾਇਆ, 4 ਜੁਗ ਕੈਲਾਸ਼ ਪਰਬਤ ਤੇ ਵੀ ਰਹਿ ਪਵੇ। ਜੈਸੇ ਕੋਟ ਜਨਮ ਤਪ ਉਰਦਮੁਖੀ, ਕਰੋੜਾਂ ਜਨਮ ਉਲਟਾ ਹੋ ਕਰਕੇ ਤਪ ਵੀ ਕਰ ਲਵੇ। ਬੈਸੰਤਰ ਮੈਂ ਤਨ ਦਾਹ ਦਿਓ, ਤੇ ਬਸੰਤਰ ਅਗਨੀ ਦੇ ਵਿੱਚ ਵੀ ਤਨ ਜਿਹੜਾ ਹੈ ਹਵਨ ਕਰ ਦੇਵੇ। ਜੈਸੇ ਲੱਖ ਵਾਰ ਕੁਰਖੇਤਰ ਮੈਂ, ਲੱਖਾਂ ਵਾਰੀ ਕੁਰੂਕਸ਼ੇਤਰ ਦੇ ਵਿੱਚ ਅਸਮੇਧ ਜਗ ਅਭੰਗ ਠਇਓ। ਬਿਨਾਂ ਕਿਸੇ ਰੁਕਾਵਟ ਤੋਂ ਅਸਮੇਧ ਜਗ ਵੀ ਕਰ ਲਵੇ। ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਪਰ ਭਾਈ ਇਸ ਅੰਮ੍ਰਿਤ ਨਾਮ ਦੀ ਵਿਸ਼ੇਸ਼ਤਾ ਵਿਸ਼ੇਸ਼ ਇਤੀ, ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਜਿਹਨੇ ਇੱਕ ਵਾਰੀ ਵੀ ਪੂਰੇ ਇਕਾਗਰਤਾ ਨਾਲ ਵਾਹਿਗੁਰੂ ਸ਼ਬਦ ਕਹਿ ਦਿੱਤਾ। ਤੋ ਇਸ ਤਰ੍ਹਾਂ ਹੁਣ ਇੱਥੇ ਤੱਕ ਵਾਹਿਗੁਰੂ ਸ਼ਬਦ ਦੀ ਜਿਹੜੀ ਹੈ ਉਹ ਮਹਿਮਾ ਕੀਤੀ। ਤੇ ਅੱਗੇ ਫਿਰ ਆ ਗਿਆ ਹੈ ਤੀਸਰਾ ਕਾਵਕ ਸੰਕੇਤਕ ਮੰਗਲ। ਇਹ ਹੁੰਦਾ ਕਵੀਆਂ ਦਾ ਸੰਕੇਤ ਮਰਜ਼ਾਦਾ ਮੰਗਲ ਹੁੰਦਾ। ਜਿਵੇਂ ਪੁਰਾਤਨ ਵੈਦਿਕ ਕਾਲ ਦੇ ਵਿੱਚ ਅੱਗ, ਸੂਰਜ, ਚੰਦ, ਤਾਰੇ, ਇਹ ਜਿੰਨੀਆਂ ਕੁਦਰਤੀ ਸ਼ਕਤੀਆਂ ਸੀ, ਇਹਨਾਂ ਨੂੰ ਦੇਵਤੇ ਥਾਪ ਕੇ ਇਹਨਾਂ ਦੀ ਪੂਜਾ ਬਹੁਤ ਪ੍ਰਧਾਨ ਸੀ। ਪੁਰਾਣਿਕ ਸਮਿਆਂ ਵਿੱਚ ਬ੍ਰਹਮਾ, ਵਿਸ਼ਨ, ਸ਼ਿਵ, ਹੋਰ ਜਿੰਨੇ ਨਿਕਟਵਰਤੀ ਦੇਵਤੇ, ਇਹਨਾਂ ਦੀ ਪੂਜਾ ਦਾ ਆਰੰਭ ਹੋਇਆ। ਔਰ ਦੇਵਤਿਆਂ ਦੇ ਗੁਣ ਔਰ ਸੁਭਾਅ ਕਰਕੇ ਫਿਰ ਵੱਖ-ਵੱਖ ਕਾਰਜਾਂ ਵਿੱਚ ਓਡੋ ਅੱਡੀ ਪੂਜਾ ਆਰਾਧਨਾ ਕੀਤੀ। ਜਿਵੇਂ ਮਾਇਆ ਦੀ ਪ੍ਰਾਪਤੀ ਕਰਨੀ ਹੈ ਤਾਂ ਸ਼ਿਵ, ਵਿਦਿਆ ਦੀ ਪ੍ਰਾਪਤੀ ਵਾਸਤੇ ਸਰਸਵਤੀ, ਜ਼ਿੰਦਗੀ 'ਚ ਕੋਈ ਜਿੰਨੇ ਵੀ ਖੇਤਰ ਕਿੰਨੇ ਵੀ ਉਹਦੇ ਵਿੱਚ ਕੋਈ ਵਿਘਨ ਵਾਪਰਦੇ ਉਹਦੀ ਨਿਵਰਤੀ ਹੋਵੇ ਤਾਂ ਸ਼ਿਵ ਦੇ ਪੁੱਤਰ ਹੈ ਗਣ ਸੈਨਾਪਤੀ ਗਣੇਸ਼, ਉਹਨੂੰ ਯਾਦ ਕੀਤਾ ਜਾਂਦਾ ਹੈ। ਉਹ ਇਹ ਵਿਘਨ ਨੂੰ ਦੂਰ ਕਰਨ ਵਾਲਾ ਮੰਗਲ ਵੈਦਿਕ ਕਾਲ ਪੁਰਾਤਨ ਸਮਿਆਂ ਤੋਂ ਗਣੇਸ਼ ਨੂੰ ਦੀ ਜਿਹੜੀ ਹੈ ਉਹ ਫਿਰ ਕਾਵਕ ਰੂਪ ਦੇ ਵਿੱਚ ਕਵੀ ਸੰਕੇਤਕ ਮਰਜ਼ਾਦਾ ਬਣ ਗਈ। ਹੌਲੀ ਹੌਲੀ ਕੋਈ ਗੱਲ ਮਰਜ਼ਾਦਾ ਬਣ ਜਾਂਦੀ ਹੈ। ਤੇ ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਵੀ ਸਰਸਵਤੀ ਦਾ ਮੰਗਲ ਬਹੁਤ ਵਾਰੀ ਕੀਤਾ। ਅੱਜ ਕੱਲ ਜਿਹੜੇ ਨੇ ਨਾ ਕਿੰਤੂ ਪਰੰਤੂ ਵਾਲੇ, ਉਹਨਾਂ ਨੂੰ ਪਤਾ ਨਹੀਂ ਹੈ। ਉਹ ਕਹਿੰਦੇ ਜੀ ਕਵੀ ਸੰਤੋਖ ਸਿੰਘ ਸਰਸਵਤੀ ਦੇਵੀ ਦੀ ਪੂਜਾ, ਉਹ ਤਾਂ ਕਿਤੇ ਵੀ ਨਹੀਂ ਪੂਜਾ ਰੂਪ ਵਿੱਚ ਤਾਂ ਉਹਨਾਂ ਨੇ ਕੀਤਾ। ਉਹ ਤਾਂ ਜਿੰਨੀ ਸ਼ਰਧਾ ਭਾਈ ਸੰਤੋਖ ਸਿੰਘ ਜੀ ਦਾ ਆਪਾਂ ਪੜ੍ਹਿਆ ਹੈ 10 ਪਾਤਸ਼ਾਹੀਆਂ ਤੇ ਉਹਨਾਂ ਦੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ, ਇੰਨੀ ਤਾਂ ਕਿਤੋਂ ਸ਼ਰਧਾ ਆਪਾਂ ਨੂੰ ਨਜ਼ਰ ਹੀ ਨਹੀਂ ਆਉਂਦੀ ਹੈ। ਪਰ ਉਹ ਨਾਲ ਹੀ ਹੋ ਜਾਂਦਾ ਕਵੀ ਜਨ ਕੇ ਕੱਲ ਨੂੰ ਕੋਈ ਕਵੀ ਉੱਠ ਕੇ ਮੇਰੀ ਕਵਿਤਾ ਦੇ ਉੱਤੇ ਦੋਸ਼ ਨਾ ਲਾ ਦੇਵੇ। ਇਹ ਆਮ ਨਹੀਂ ਪਤਾ। ਜਿਹੜੇ ਕਾਵਕ ਕਵੀ ਨੇ ਉਹਨਾਂ ਨੂੰ ਪਤਾ ਕਵਿਤਾ ਦਾ ਵੀ ਦੋਸ਼ ਹੁੰਦਾ, ਤੋਲ ਨਾ ਪੂਰਾ ਹੋਵੇ ਤਾਂ ਦੋਸ਼ ਲਾ ਦਿੰਦੇ ਆ। ਇਸ ਕਰਕੇ ਫਿਰ ਉਹ ਮਰਜ਼ਾਦਾ ਰੱਖਣ ਵਾਸਤੇ ਵੀ ਮੰਗਲ ਕਰ ਦਿੰਦੇ ਆ ਕਿ ਇਸ ਕਵਿਤਾ ਨੂੰ ਦੋਸ਼ੀ ਕਵਿਤਾ ਨਾ ਮੰਨ ਲਿਆ ਜਾਵੇ ਕਿ ਇਹ ਕਵਿਤਾ ਤਾਂ ਬਹੁਤ ਠੀਕ ਆ ਪਰ ਇਹਦੇ ਵਿੱਚ ਇੱਕ ਦੋਸ਼ ਹੈਗਾ ਕਿ ਕਵੀ ਨੇ ਮਰਜ਼ਾਦਾ ਨਹੀਂ ਪੂਰੀ ਕੀਤੀ। ਇਸ ਕਰਕੇ ਇਹ ਜਿਹੜੇ ਹਨ ਸਮਿਆਂ ਦੇ ਨਾਲ ਐਸਾ ਦੇਖਣ ਦੇ ਵਿੱਚ ਆ। ਤੇ ਗਣੇਸ਼ ਦੀ ਜਿਹੜੀ ਪੂਜਾ ਹੈ ਉਹ ਕਿਉਂ ਹੋਈ ਕਿਸੇ ਵੀ ਕੰਮ ਦੀ ਆਰੰਭਤਾ ਵਿੱਚ ਕਿ ਵਿਘਨ ਨਾ ਪਵੇ। ਪੁਰਾਤਨ ਸਮਿਆਂ ਵਿੱਚ ਇਸ ਤਰ੍ਹਾਂ ਪੁਰਾਣਾ ਵਿੱਚ ਲਿਖਿਆ ਹੋਇਆ ਹੈ ਕਿ ਪੁਰਾਣਾ ਵਿੱਚ ਤਾਂ ਇਹ ਵੀ ਲਿਖਿਆ ਕਿ ਜਿਹੜਾ ਗਣੇਸ਼ ਹੈ ਇੱਕ ਬ੍ਰਹਮ ਵੈਵਰਤ ਪੁਰਾਣ ਕਿ ਵਿਸ਼ਨੂੰ ਦੇ ਵਰ ਨਾਲ ਪਾਰਵਤੀ ਦੇ ਘਰ ਵਿੱਚ ਇਹ ਪੈਦਾ ਹੋਇਆ ਸੀ। ਸਾਰੇ ਦੇਵਤੇ ਦੇਖਣ ਆਏ ਬਾਲਕ ਨੂੰ। ਜਦੋਂ ਸਾਰੇ ਦੇਖ ਕੇ ਪ੍ਰਸੰਨ ਹੋ ਗਏ, ਪਾਰਵਤੀ ਨੇ ਸ਼ਨੀ ਜਿਹੜਾ ਸੀ ਉਹਨੂੰ ਦੇਖਿਆ, ਕਿਹਾ ਵੀ ਤੂੰ ਵੀ ਬਾਲਕ ਨੂੰ ਵੇਖ ਲਾ। ਸ਼ਨੀ ਦੀ ਨਜ਼ਰ ਪਈ ਤਾਂ ਉਹ ਲਿਖਿਆ ਪੁਰਾਣਾ ਵਿੱਚ ਕਿ ਬੱਚੇ ਦਾ ਸਿਰ ਉੱਡ ਗਿਆ। ਪਾਰਵਤੀ ਰੋਣ ਲੱਗ ਪਈ। ਵਿਸ਼ਨੂੰ ਜੀ ਨੇ ਹਾਥੀ ਦਾ ਸਿਰ ਵੱਢ ਕੇ ਬਾਲਕ ਦੇ ਧੜ ਨਾਲ ਜੋੜਤਾ, 9 ਗਣੇਸ਼ ਰੱਖਤਾ
ਇਹ ਕਿਹਾ ਸਾਰੇ ਕੰਮਾਂ ਵਿੱਚ ਇਹਦਾ ਪੂਜਨ ਕਰਿਆ ਕਰੋ। ਤੇ ਇੱਕ ਪ੍ਰਸੰਗ ਇਹ ਵੀ ਹੈ ਕਿ ਜਿਹੜੀ ਪਾਰਵਤੀ ਸੀ ਇਹ ਸ਼ਿਵ ਦੇ ਘਰ ਵਾਲੀ ਸੀ ਤੇ ਉਹਨੇ ਆਪਣੇ ਸਰੀਰ ਦੀ ਮੈਲ ਤੋਂ ਇੱਕ ਬਾਲਕ ਬਣਾਇਆ ਤੇ ਉਹ ਦਰਵਾਜ਼ੇ ਤੇ ਪਹਿਰੇ ਵਾਸਤੇ ਬਿਠਾਤਾ, ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ। ਜਦੋਂ ਸ਼ਿਵ ਆਏ ਇੱਕ ਬਾਲਕ ਬੈਠਾ ਦੇਖਿਆ, ਅੰਦਰ ਜਾਣ ਲੱਗੇ ਰੋਕਤਾ, ਕੌਣ ਹੈ ਤੂੰ, ਜਾ ਨਹੀਂ ਸਕਦਾ ਅੰਦਰ। ਇਹ ਗੁੱਸੇ 'ਚ ਆ ਗਏ ਉਸੇ ਸਮੇਂ ਕਿ ਮੈਨੂੰ ਅੰਦਰ ਜਾਣ ਤੋਂ ਰੋਕਿਆ ਹੈ। ਉਸ ਬਾਲਕ ਦਾ ਸਿਰ ਵੱਢਤਾ। ਪਤਾ ਲੱਗਿਆ ਪਾਰਵਤੀ ਰੋਣ ਲੱਗ ਗਈ, ਪਿੱਟਣ, ਇਹ ਤਾਂ ਮੇਰਾ ਪੁੱਤਰ ਹੈ, ਤੂੰ ਮਾਰ ਦਿੱਤਾ। ਉਸ ਸਮੇਂ ਫਿਰ ਸ਼ਿਵ ਨੇ ਇੱਕ ਹਾਥੀ ਦੇ ਬੱਚੇ ਦਾ ਸਿਰ ਵੱਢ ਕਰਕੇ ਗਣੇਸ਼ ਦੇ ਉੱਤੇ ਰੱਖਤਾ। ਇਹ ਵਰ ਦਿੱਤਾ ਕਿ ਸਭ ਤੋਂ ਪਹਿਲਾਂ ਇਹਦੀ ਪੂਜਾ ਹੋਇਆ ਕਰੂਗੀ। ਇਹੋ ਜਿਹੀਆਂ ਕਥਾ ਕਹਾਣੀਆਂ ਹਨ। ਸਕੰਦ ਪੁਰਾਣ ਦੇ ਵਿੱਚ ਗਣੇਸ਼ ਖੰਡ ਹੈ, ਇੱਕ ਹਿੱਸਾ ਹੈ। ਉਹਦੇ ਵਿੱਚ ਇਹ ਲਿਖਿਆ ਕਿ ਵਰਿਣਿਆ ਰਾਜੇ ਦੇ ਘਰ ਇਹ ਰਾਣੀ ਪੁਸ਼ਪਕਾ ਦੇ ਗਰਭ ਤੋਂ ਜੰਮਿਆ ਗਣੇਸ਼, ਤੇ ਇਹਦੀ ਸ਼ਕਲ ਦੇਖ ਕੇ ਰਾਜਾ ਡਰ ਗਿਆ। ਇੱਕ ਪਾਰਸਵ ਮੁਨੀ ਹੈ, ਉਹਦੇ ਆਸ਼ਰਮ ਕੋਲੇ ਸੁੱਟਿਆ ਆਇਆ। ਮੁਨੀ ਦੀ ਇਸਤਰੀ ਸੀ ਦੀਪਵਤਲਸਾ, ਤੇ ਉਹਨੇ ਇਹਨੂੰ ਪਾਲਿਆ। ਗਣੇਸ਼ 9 ਹੋ ਗਿਆ। ਦੁਇ ਮਾਤਰਾ ਸਾਖੀ ਪ੍ਰਮਾਣਾਂ ਵਿੱਚ ਇਹੋ ਜਿਹੀਆਂ ਗੱਲਾਂ ਹਨ ਕਿ ਵੱਖ-ਵੱਖ, ਪਰ ਜ਼ਿਆਦਾ ਪ੍ਰਚਲਿਤ ਇਹੀ ਹੈ ਕਿ ਸ਼ਿਵ ਨੇ ਜਿਹੜਾ ਹੈ ਉਹ ਪਾਰਵਤੀ ਨੇ ਮੈਲ ਤੋਂ ਬਣਾਇਆ। ਸ਼ਿਵ ਨੇ ਗਰਦਨ ਵੱਢ ਦਿੱਤੀ, ਫਿਰ ਹਾਥੀ ਦੀ ਗਰਦਨ ਇਹਦੇ ਤੇ ਲਾਈ, ਉਸ ਨੂੰ ਗਣੇਸ਼ ਨਾਮ ਦਿੱਤਾ ਗਿਆ। ਤੇ ਇਹੋ ਜਿਹੀਆਂ ਸਾਖੀਆਂ ਹਨ ਪ੍ਰਚਲਿਤ ਨੇ। ਇੱਕ ਵਾਰੀ ਦੇਵਤੇ ਇਕੱਠੇ ਹੋ ਗਏ, ਸਾਰੇ ਬਹਿਸ ਚੱਲ ਪਈ ਆਪਸ ਵਿੱਚ ਕਿ ਹੈ ਤਾਂ ਹੁਣ ਆਪਾਂ ਸਾਰੇ ਦੇਵਤੇ ਹੀ, ਪਰ ਸਭ ਤੋਂ ਪਹਿਲਾਂ ਪੂਜਾ ਕਿਹਦੀ ਹੋਣੀ ਚਾਹੀਦੀ ਹੈ। ਸਾਰੇ ਹੁਣ ਬਹਿਸ ਕਰਨ ਲੱਗ ਗਏ। ਅੰਤ ਫੈਸਲਾ ਇਹ ਹੋ ਗਿਆ, ਜਿਹੜਾ ਦੇਵਤਾ ਕੋਈ ਆਪਣੇ ਵਾਹਨ ਤੇ ਆਪਣੀ ਸਵਾਰੀ ਤੇ ਚੜ ਕੇ ਧਰਤੀ ਦਾ ਚੱਕਰ ਸਾਰਿਆਂ ਨੂੰ ਪਹਿਲਾਂ ਲਾ ਕੇ ਇਸ ਜਗ੍ਹਾ ਤੇ ਆਜੂ, ਉਹਦੀ ਪੂਜਾ ਸਾਰਿਆਂ ਨੂੰ ਪਹਿਲਾਂ ਹੋਇਆ ਕਰੂਗੀ। ਸਾਰੇ ਦੇਵਤੇ ਆਪੋ ਆਪਣੇ ਵਾਹਨ ਸਵਾਰ ਲੈ ਕੇ, ਜਿਵੇਂ ਕਿਸੇ ਦਾ ਜੇ ਮਹਾਰਾਜ 10ਵੇਂ ਪਾਤਸ਼ਾਹ ਮਹਾਰਾਜ ਘੋੜੇ ਦੀ ਸਵਾਰੀ ਕਰਦੇ, ਹੁਣ ਵੱਖ-ਵੱਖ ਦੇਵਤਿਆਂ ਦੇ ਵਾਹਨ ਨੇ, ਉਹ ਲੈ ਕੇ ਦੌੜ ਪਏ। ਤੇ ਹੁਣ ਜਿਹੜਾ ਗਣੇਸ਼ ਸੀ ਇਹਦਾ ਵਾਹਨ ਹੀ ਚੂਹਾ ਸੀ। ਗਣੇਸ਼ ਕਹਿੰਦੇ ਚੂਹੇ ਦੀ ਸਵਾਰੀ ਕਰਦਾ, ਉਹ ਚੂਹਾ ਕਿੰਨਾ ਕੁ ਤੇਜ਼ ਭੱਜੇ, ਆਪਣੀ ਮਾਂ ਕੋਲੇ ਚਲਿਆ ਗਿਆ, ਪਾਰਵਤੀ ਕੋਲੇ, ਤੇ ਰੋਣ ਲੱਗ ਗਿਆ। ਕਹਿੰਦਾ ਮੈਂ ਤਾਂ ਸਾਰਿਆਂ ਨੂੰ ਲੇਟ ਹੋ ਜੂ। ਉਹ ਕਹਿੰਦੀ ਤੂੰ ਇਉਂ ਕਰ, ਧਰਤੀ ਤੇ ਰਾਮ ਸ਼ਬਦ ਲਿਖ ਲਾ, ਤੇ ਰਾਮ ਸ਼ਬਦ ਲਿਖ ਕੇ ਇਹਦੇ ਆਲੇ ਦੁਆਲੇ ਪ੍ਰਕਰਮਾ ਕਰ ਦੇ, ਤੇ ਸਮਝ ਸਾਰੀ ਪ੍ਰਕਰਮਾ ਹੋ ਗਈ। ਗਣੇਸ਼ ਨੇ ਕੀ ਕੀਤਾ, ਰਾਮ ਸ਼ਬਦ ਲਿਖ ਕੇ ਉਹਦੀ ਪ੍ਰਕਰਮਾ ਕਰਤੀ। ਤੇ ਉਧਰ ਕੀ ਹੋਇਆ, ਜਦੋਂ ਜਿੱਥੋਂ ਦੀ ਦੇਵਤੇ ਧਰਤੀ ਦਾ ਚੱਕਰ ਲਾਉਂਦੇ ਨੇ, ਚੂਹੇ ਦੀਆਂ ਪੈੜਾਂ ਸਾਰੀ ਜਗ੍ਹਾ ਤੇ ਹੈ। ਉਹ ਕਹਿੰਦੇ ਗਣੇਸ਼ ਕਿੱਥੋਂ ਦੀ ਆ ਗਿਆ ਪਹਿਲਾਂ ਹੀ। ਤੇ ਜਦੋਂ ਆਏ ਦੇਵਤੇ ਸਾਰਿਆਂ ਨੂੰ ਪਹਿਲਾਂ ਗਣੇਸ਼ ਬੈਠਾ। ਇਹ ਚੂਹੇ ਦੀਆਂ ਪੈੜਾਂ ਸਾਰਿਆਂ ਦੇ ਅੱਗੇ ਅੱਗੇ ਦਿਖਾਈ ਦਿੱਤੀਆਂ। ਇਉਂ ਫਿਰ ਫੈਸਲਾ ਹੋ ਗਿਆ ਕਿ ਸਾਰੇ ਦੇਵਤਿਆਂ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰਨੀ ਹੈ। ਤੇ ਇਹ ਪੁਰਾਣਕ ਜਾਂ ਰਵਾਇਤੀ ਪ੍ਰਸੰਗ ਹੈ ਪੁਰਾਣੇ। ਦੇਖੋ ਗੁਰਮਤ ਦੀ ਗੱਲ ਹੋਰ ਹੈ, ਗੱਲ ਤਾਂ ਕੁਝ ਗੱਲਾਂ ਪ੍ਰਚਲਿਤ ਹੁੰਦੀਆਂ। ਇਸ ਕਰਕੇ ਇਸ ਆਧਾਰ ਦੇ ਉੱਤੇ ਜਿੰਨਾ ਵੀ ਸਾਡੇ ਦੇਸ਼ ਦੇ ਵਿੱਚ ਸਾਹਿਤ ਲਿਖਿਆ ਗਿਆ, ਭਾਵੇਂ ਸੰਸਕ੍ਰਿਤ ਵਿੱਚ ਹੈ ਭਾਵੇਂ ਬ੍ਰਿਜ ਭਾਸ਼ਾ ਦੇ ਵਿੱਚ, ਸਾਰੇ ਕਵੀਆਂ ਨੇ ਆਪਣੀ ਕਾਵ ਰਚਨਾ ਦਾ ਆਰੰਭ ਜਿਹੜਾ ਹੈ ਇਸ਼ਟ ਦੇਵ ਮੰਗਲ, ਗਣੇਸ਼ ਦੇ ਮੰਗਲ ਨੂੰ ਪਹਿਲਾ ਦਰਜਾ ਦਿੱਤਾ ਹੈ। 1 ਨੰਬਰ ਤੇ ਗਣੇਸ਼ ਦਾ ਮੰਗਲ ਕਰਕੇ ਬਾਅਦ ਵਿੱਚ ਬਾਕੀ ਮੰਗਲ ਕੀਤੇ ਆ। ਇਸ ਕਰਕੇ ਵੀ ਇਹ ਵੀ ਹੋ ਸਕਦਾ ਹੈ ਕਿ ਗਣੇਸ਼ ਦੇ ਭਗਤਾਂ ਦਾ ਵੀ ਇਹ ਸੋਚ ਹੋ ਸਕਦੀ ਹੈ ਹੱਥ ਹੈ ਗਣੇਸ਼ ਦੀ ਸਭ ਤੋਂ ਪਹਿਲਾਂ ਪੂਜਾ ਕਰੋ। ਆਮ ਲੋਕਾਂ ਦੇ ਖਾਸ ਕਰਕੇ ਕਵੀਆਂ ਦੇ ਜਿਹੜੇ ਕਵੀ ਸਨ ਨਾ, ਉਹਨਾਂ ਦੇ ਦਿਮਾਗ ਵਿੱਚ ਇੰਨੀ ਗੱਲ ਘਰ ਕਰ ਗਈ ਕਿ ਹਰ ਕਵੀ ਵਾਸਤੇ ਗੱਲ ਲਾਜ਼ਮੀ ਹੋ ਗਈ, ਮਰਜ਼ਾਦਾ ਬਣ ਗਈ। ਭਾਵੇਂ ਉਹ ਕਿਸੇ ਮਤ ਨੂੰ ਮੰਨਣ ਵਾਲਾ, ਕਿਸੇ ਇਸ਼ਟ ਨੂੰ ਮੰਨਣ ਵਾਲਾ ਹੈ, ਪਰ ਉਹ ਆਪਣੇ ਗ੍ਰੰਥ ਦੀ ਸ਼ੁਰੂਆਤ ਜਿਹੜੀ ਹੈ ਸਭ ਤੋਂ ਪਹਿਲਾਂ ਗਣੇਸ਼ ਦਾ ਮੰਗਲ ਕਰਕੇ ਕਰੋ। ਇਹਦੇ ਨਾਲ ਕੀ ਹੋ ਗਿਆ, ਇਹ ਫਿਰ ਗਣੇਸ਼ ਮੰਗਲ ਜਿਹੜਾ ਹੈ ਉਹ ਕਾਵਕ ਸੰਕੇਤਕ ਮਰਜ਼ਾਦਾ ਮੰਗਲ ਬਣ ਗਿਆ ਕਿ ਇੱਕ ਮਰਜ਼ਾਦਾ ਹੁੰਦੀ ਹੈ। ਜਿਵੇਂ ਮਹਾਕਵੀ ਗੁਸਾਈ ਤੁਲਸੀਦਾਸ ਜੀ ਹੋਏ, ਦੇਖੋ ਸ੍ਰੀ ਰਾਮਚੰਦਰ ਭਗਵਾਨ ਦਾ ਸਭ ਤੋਂ ਵੱਡਾ ਜੇ ਕੋਈ ਭਗਤ ਹੋਇਆ ਤਾਂ ਤੁਲਸੀਦਾਸ ਹੋਇਆ। ਤੁਲਸੀਦਾਸ ਮਹਾਕਵੀ ਐਸੀਆਂ ਅਨਨ ਭਗਤੀਆਂ ਕਿ ਇੱਕ ਵਾਰੀ ਮਥੁਰਾ ਚੱਲਿਆ ਗਿਆ, ਉੱਥੇ ਕ੍ਰਿਸ਼ਨ ਜੀ ਦੀ ਮੂਰਤੀ ਬਣੀ ਹੋਈ ਸੀ ਜਿਹਦੇ 'ਚ ਕ੍ਰਿਸ਼ਨ ਜੀ ਬੰਸਰੀ ਵਜਾਉਂਦੇ ਦਿਖਾਏ। ਤੁਲਸੀਦਾਸ ਨੇ ਮੱਥਾ ਨਹੀਂ ਸੀ ਟੇਕਿਆ।
ਤੁਲਸੀ ਮਸਤਕ ਕਹਿਣ ਲੱਗਿਆ ਨੇ ਜਦੋਂ ਨਾਲ ਇਤਰਾਜ਼ ਕੀਤਾ ਇਹਦੇ ਨਾਲ ਦਿਆਂ ਨੇ, ਇਹ ਤੂੰ ਕ੍ਰਿਸ਼ਨ ਭਗਵਾਨ ਨੂੰ ਮੱਥਾ ਕਿਉਂ ਨਹੀਂ ਟੇਕਿਆ? ਕਹਿੰਦਾ ਕਹਾਂ ਕਹੂੰ ਛਬੀ ਆਜ ਕੀ ਭਲੇ ਬਨੇ ਹੋ ਨਾਥ, ਤੁਲਸੀ ਮਸਤਕ ਤੋ ਨਿਵੈ ਜੋ ਧਨਸ਼ਵਾਨ ਹੋਏ ਹਾਥ। ਐਡਾ ਵੱਡਾ ਭਗਤ ਸੀ। ਕਹਿੰਦਾ ਇਹ ਮੱਥਾ ਤਾਂ ਕੇਵਲ ਰਾਮਚੰਦਰ ਭਗਵਾਨ ਨੂੰ ਹੀ ਨਿਭ ਸਕਦਾ, ਹੋਰ ਨਹੀਂ ਕਿਸੇ ਅੱਗੇ ਨਿਵੇਗਾ। ਜੇ ਇਹ ਮੈਨੂੰ ਰਾਮਚੰਦਰ ਬਣ ਕੇ ਧਨਸ਼ਵਾਨ ਬਣ ਕੇ ਦਰਸ਼ਨ ਦੇ ਦੇਣਗੇ ਮੈਂ ਤਾਂ ਨਵਾਉਂ ਮੱਥਾ, ਨਹੀਂ ਇਉਂ। ਤੋ ਇੰਨਾ ਵੱਡਾ ਦੇਖੋ ਭਗਵਾਨ ਰਾਮਚੰਦਰ ਦਾ ਅਨੰਨ ਭਗਤ ਸੇ। ਸਭ ਤੋਂ ਵੱਧ ਜਗਤ ਪ੍ਰਸਿੱਧ ਰਚਨਾ ਹੈ ਰਾਮਚਰਿਤ ਮਾਨਸ, ਜੀ ਨੂੰ ਆਮ ਤੌਰ ਤੇ ਆਪਾਂ ਤੁਲਸੀ ਰਮਾਇਣ ਕਹਿ ਦਿੰਦੇ ਆ। ਤੇ ਸਾਰਿਆਂ ਨੂੰ ਪਹਿਲਾਂ ਉਹ ਮੰਗਲ ਕਰਦਾ ਤਾਂ ਸਰਸਤੀ ਤੇ ਗਣੇਸ਼ ਦਾ ਕਰਦਾ। ਕਹਿਣ ਦਾ ਭਾਵ ਕਿ ਇੰਨੀ ਗੱਲ ਘਰ ਕਰ ਚੁੱਕੀ ਸੀ ਕਿ ਸਾਰੇ ਅਰਥ ਰਸ ਛੰਦ ਮੰਗਲਾ ਸੁਰਸੀ ਗਣੇਸ਼ ਨੂੰ ਸਾਰਿਆਂ ਤੋਂ ਸਾਫ਼ ਹੈ। ਗਣੇਸ਼ ਦਾ ਮੰਗਲ ਇਹ ਇਉਂ ਹੋ ਗਿਆ ਕਿ ਇੱਕ ਕਵੀਆਂ ਦੀ ਮਰਜ਼ਾਦਾ ਹੈ, ਸੰਕੇਤਕ ਮਰਜ਼ਾਦਾ ਮੰਗਲ ਹੈ। ਬਾਅਦ ਵਿੱਚ ਆਪਣੇ ਇਸ਼ਟ ਦੇਵ ਦਾ ਮੰਗਲ ਕਰ ਸਕਦੇ ਆ ਕਵੀ, ਜਿਹਨੂੰ ਇਸ਼ਟ, ਜਿਵੇਂ ਤੁਲਸੀਦਾਸ ਰਾਮਚੰਦਰ ਭਗਵਾਨ ਨੂੰ ਆਪਣਾ ਇਸ਼ਟ ਮੰਨਦਾ ਸੀ, ਪਰ ਮੰਗਲ ਉਹਨੂੰ ਵੀ ਆਪਣੇ ਗ੍ਰੰਥ ਵਿੱਚ ਚਾਹੇ ਉਹ ਰਮਾਇਣ ਹੀ ਲਿਖੀ ਤਾਂ ਪਹਿਲਾਂ ਗਣੇਸ਼ ਦਾ ਕਰਕੇ ਫੇਰ ਰਾਮਚੰਦਰ ਜੀ ਦਾ ਮੰਗਲ ਕੀਤਾ। ਇਸੇ ਤਰ੍ਹਾਂ ਹੋਰ ਕੁਝ ਐਸੇ ਹਨ। ਤੇ ਪਰ ਇੱਥੇ ਜਿਹੜੀ ਗੱਲ ਆ ਗਈ ਕਿ ਜਿਹੜੇ ਸਿੱਖ ਕਵੀ ਨੇ ਇਹਨਾਂ ਨੇ ਵਿੱਚ ਤਾਂ ਬਹੁਤੇ ਕਵੀਆਂ ਨੇ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ, ਭਾਈ ਨੰਦ ਲਾਲ ਤੇ ਹੋਰ ਅਨਾਥਪੁਰੀ, ਭਾਈ ਸੁੱਖਾ ਸਿੰਘ, ਸੁਖਦੇਵ, ਕਵੀ ਸੋਹਣ, ਕੋਇਰ ਸਿੰਘ, ਜਿਹੜੇ ਹੈ ਭਾਈ ਸੰਤੋਖ ਸਿੰਘ, ਇਹਨਾਂ ਨੇ ਇਹਨਾਂ ਗ੍ਰੰਥਾਂ ਵਿੱਚ ਗਣੇਸ਼ ਮੰਗਲ ਨਹੀਂ ਕੀਤਾ। ਤੇ ਜਿੱਥੇ ਤੱਕ ਸਵਾਲ ਆ ਗਿਆ ਗਿਆਨੀ ਗਿਆਨ ਸਿੰਘ ਜੀ ਦਾ, ਤੋ ਇਹ ਫਿਰ ਇਸ ਗੱਲ ਦੇ ਅਸਰ ਤੋਂ, ਕਿਉਂਕਿ ਨਿਰਮਲ ਦੇ ਸੰਪਰਦਾ ਜਿਹੜੀ ਨਿਰਮਲੇ ਹੈ ਉਹਦੇ ਵਿੱਚ ਚੰਗੇ ਵਿਦਵਾਨ ਸੀ ਤੇ ਹੋਰ ਭਾਸ਼ਾਵਾਂ ਦੇ ਸ਼ਬਦ ਪੜ੍ਹੇ ਸਨ, ਇਸ ਕਰਕੇ ਕਵੀ ਸੰਕੇਤਕ ਮਰਜ਼ਾਦਾ ਮੰਗਲ ਜਾਣ ਕਰਕੇ ਇਹ ਫਿਰ ਅੱਗੇ ਜਿਹੜਾ ਹੈ ਉਹ ਗਣੇਸ਼ ਮੰਗਲ ਕਰਦੇ ਆ। ਪਰ ਇੱਕ ਗੱਲ ਦੇਖੋ, ਇਹ ਗਣੇਸ਼ ਮੰਗਲ ਤੀਜੇ ਨੰਬਰ ਤੇ ਕੀਤਾ, ਪਹਿਲੇ ਨੰਬਰ ਤੇ ਨਹੀਂ ਕੀਤਾ। ਪਹਿਲਾਂ ਦੱਸਤਾ ਮੇਰਾ ਇਸ਼ਟ ਜਿਹੜਾ ਇਸ਼ਟਪਤੀ ਆ ਉਹ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਹੈ, 10 ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ, ਪੰਥ ਖਾਲਸਾ, ਫਿਰ ਵਾਹਿਗੁਰੂ ਸ਼ਬਦ ਦਾ ਮੰਗਲ ਕੀਤਾ। ਉਸ ਉਪਰੰਤ ਕਿ ਹੁਣ ਕੱਲ ਨੂੰ ਕੋਈ ਇਸ ਕਵਿਤਾ ਤੇ ਦੋਸ਼ ਨਾ ਦੇ ਦੇਵੇ, ਤੇ ਇਸ ਕਰਕੇ ਉਹ ਕਾਵਕ ਸੰਕੇਤਕ ਮੰਗਲ ਕਰਦੇ ਆ। ਤਾਂ ਗਣੇਸ਼ ਦਾ ਮੰਗਲ ਕਰ ਰਹੇ ਹਨ ਸਵਈਆ ਸ਼ਿਵ ਨੰਦਨ ਆਨੰਦ ਕੰਦ ਬਪੂ। ਸ਼ਿਵ ਨੰਦਨ, ਸ਼ਿਵ ਦਾ ਪੁੱਤਰ ਗਣੇਸ਼, ਜੋ ਭਾਈ ਆਨੰਦ ਦੇਣ ਵਾਲਾ ਹੈ। ਜਸ ਚੰਦ ਆਮੰਦ ਸੋ ਛੰਦ ਮਹਾਨ, ਤੇ ਜਿਹਦਾ ਜਸ ਰੂਪ ਚੰਦਰਮਾ ਬਹੁਤ ਹੀ ਸੁਛੰਦ ਕੇ ਸੁਤੰਤਰ ਰੂਪ ਦੇ ਵਿੱਚ ਚਮਕਦਾ ਹੈ। ਨਰ ਨਾਰ ਸੁਰਾ ਸੁਰ ਬੰਦਤ ਹੈ। ਇਸਤਰੀ ਪੁਰਸ਼ ਦੇਵਤੇ ਦੈਂਤ ਸਭ ਉਸ ਨੂੰ ਨਮਸਕਾਰ ਕਰਦੇ ਹਨ। ਪੁਰ 14 ਮੈਂ ਜਿਹੇ ਕੋ ਜਗ ਜਾਣੈ, ਤੇ 14 ਪੁਰੀਆਂ ਵਿੱਚ ਸਾਰਾ ਜਗਤ ਉਸ ਨੂੰ ਜਾਣਦਾ ਹੈ। ਸਭ ਸਿੱਧ ਮਨੋਰਥ ਕੇ ਕਰਤਾ, ਜੋ ਭਾਈ ਸਾਰੇ ਮਨੋਰਥਾਂ ਨੂੰ ਪੂਰਾ ਕਰਨ ਵਾਲਾ ਹੈ। ਹਰਤਾ ਨਿਜ ਦਾਸਨ ਕੇ ਬਿਘਨਾਨੈ, ਤੇ ਆਪਣੇ ਦਾਸਾਂ ਦੇ ਸਾਰੇ ਬਿਘਨਾਂ ਨੂੰ ਖਤਮ ਕਰ ਦਿੰਦਾ ਹੈ। ਸੋ ਗਣ ਰਾਜ ਬਿਰਾਜ ਹਿਰਦੈ ਮਮ, ਉਹ ਗਣੇਸ਼ ਹੀ ਕਹਿੰਦੇ ਜਾਣੋ ਹਿਰਦੇ 'ਚ ਬੈਠ ਕੇ ਮੇਰੀ ਇਹ ਕਾਵ ਰਚਨਾ ਵਿੱਚ ਜਿੰਨੇ ਵੀ ਬਿਘਨ ਰੂਪ ਹਨ, ਕਾਜ ਕਰੈ ਸ਼ੁਭ ਮੰਗਲ ਠਾਨੈ, ਤੇ ਉਹ ਮੇਰੇ ਕੰਮ ਬਿਘਨਾਂ ਨੂੰ ਦੂਰ ਕਰਕੇ ਚੰਗੀਆਂ ਖੁਸ਼ੀਆਂ ਉਤਸ਼ਾਹ ਪੈਦਾ ਕਰ ਰਿਹਾ ਹੈ। ਇਹ ਗਿਆਨੀ ਗਿਆਨ ਸਿੰਘ ਜੀ ਨੇ ਕੇਵਲ ਤੇ ਕੇਵਲ ਕਾਵਕ ਸੰਕੇਤਕ ਮਰਜ਼ਾਦਾ ਮੰਗਲ ਕੀਤਾ। ਪਰ ਗਿਆਨੀ ਗਿਆਨ ਸਿੰਘ ਜੀ ਗੁਰਮਤ ਦੇ ਦ੍ਰਿੜ ਵਿਸ਼ਵਾਸੀ ਹੈ ਤੇ ਮਹਾਨ ਐਸੇ ਗੁਰਮੁਖ ਨੇ। ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚ ਰਹੇ ਗਿਆਨੀ ਗਿਆਨ ਸਿੰਘ ਜੀ। ਇਹ ਜਾਣੋ ਕਿ ਲਿਖਤਾਂ ਜਿਹੜੀਆਂ ਗਿਆਨੀ ਗਿਆਨ ਸਿੰਘ ਜੀਆਂ ਦੀਆਂ ਸਨ, ਇਹਨਾਂ ਨੇ ਹੀ ਭਾਈ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ। ਤੇ ਨਮਸਕਾਰ ਪਹਿਲਾਂ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਤੇ ਪੰਥ ਖਾਲਸੇ ਨੂੰ ਦੇ ਕਰਕੇ
ਅੱਗੇ ਤੀਜੇ ਨੰਬਰ ਤੇ ਫਿਰ ਇਹ ਮਰਜ਼ਾਦਾ ਰੱਖਤੀ, ਕਿਉਂਕਿ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਆ। ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਕਹੇ ਨੇ, ਉਹ ਵੀ ਗੁਰੂ ਮਹਾਰਾਜ ਨੇ ਕਿਹਾ ਨਾ, ਮੈਂ ਨਾ ਗਣੇਸ਼ਾਂ ਪ੍ਰਥਮ, ਨਾ ਮੈਂ ਨਹੀਂ ਪਹਿਲਾਂ ਮਨਾਉਂਦਾ। ਮਹਾਰਾਜ ਕਹਿੰਦੇ ਦੁਨੀਆ ਮਨਾਉਂਦੀ ਹੈ ਪਰ ਮੇਰਾ ਉਹ ਇਸ਼ਟ ਨਹੀਂ ਹੈ, ਉਹ ਤਾਂ ਮੈਂ ਤਾਂ ਅਕਾਲ ਪੁਰਖ ਦਾ ਹੀ ਹਾਂ। ਤੇ ਆਪਣੀ ਲਿਖਤਾਂ ਵਿੱਚ ਵੀ ਅੱਗੇ ਗੱਲ ਆ ਜਾਣੀ ਹੈ ਗਿਆਨੀ ਗਿਆਨ ਸਿੰਘ ਜੀ ਨੇ, ਕਿਉਂ ਜੋ ਅਬ ਸਤਿਗੁਰ ਕੋ ਕਰਕੇ ਬੰਦਨ, ਰਚੋ ਗਾਥ ਜਹ ਰੁਚਨ ਛਛੰਦਨ, ਗਣਪਤ ਆਦ ਜਿਤੇ ਸੁਰ ਲੋ, ਬਿਨ ਗੁਰ ਲਖਿਓ ਨਾ ਤਿਨ ਮੈਂ ਕੋ। ਮੈਂ ਤਾਂ ਗੁਰੂ ਬਿਨਾਂ ਨਹੀਂ ਕੁਛ ਜਾਣਦਾ। ਇਹ ਇੱਥੋਂ ਪਤਾ ਲੱਗਦਾ ਕਿ ਇਹਨਾਂ ਨੇ ਸਿਰਫ ਮਰਜ਼ਾਦਾ ਰੱਖਣ ਵਾਸਤੇ ਇਹ ਸਵਈਆ ਉਚਾਰਤਾ, ਪਰ ਨਾਲ ਹੀ ਆਪਣੀ ਲਿਖਤ ਵਿੱਚ ਇਹ ਕਹਿਤਾ, ਗਣਪਤ ਆਦ ਜਿਤੇ ਸੁਰ ਲੋ, ਬਿਨ ਗੁਰ ਲਖਿਓ ਨਾ ਤਿਨ ਮੈਂ ਕੋ। ਸਰਬ ਇਸ਼ਟ ਮਤ ਗੁਰ ਅਨਕੂਲਾ, ਤਾਂ ਤੇ ਗੁਰ ਮਮ ਮੰਗਲ ਮੂਲਾ, ਜਾਨ ਪਾਨ ਜੁਗ ਜੋਰ ਸ ਅੰਜਲ, ਬੰਦੋ ਗੁਰ ਪਦ ਪਦਮ ਸੋ ਮੰਜਲ, ਜਾਸ ਪ੍ਰਤਾਪ ਅਨਲ ਕੇ ਮਾਹੀ, ਅਨਕ ਬਿਗਨ ਪਾਰਦ ਹੈ ਜਾਹੀ, ਵਰਨੋ ਅਪਰ ਕਹਾਂ ਜਸ ਕੇਤੂ, ਜਸ ਨਾਮ ਭਵ ਬਾਰਦ ਸੇਤੂ। ਹੁਣ ਇਹ ਤੁਕਾਂ ਜਿਹੜੀਆਂ ਸਪਸ਼ਟ ਹੈ ਕਿ ਮੈਂ ਤਾਂ ਭਾਈ ਗੁਰੂ ਤੋਂ ਬਿਨਾਂ ਕਿਸੇ ਨੂੰ ਹੋਰ ਨਹੀਂ ਜਾਣਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਬਚਨ ਉਹ ਹਮੇਸ਼ਾ ਗਿਆਨੀ ਗਿਆਨ ਸਿੰਘ ਜੀ ਦੇ ਦਿਮਾਗ ਵਿੱਚ, ਮੈਂ ਨਾ ਗਣੇਸ਼ਾਂ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੇ ਪਹਿਚਾਨ ਨ ਤਿਨ ਸਿਓ, ਲਿਵ ਲਾਗੀ ਮੋਰੀ ਭਗਨ ਸੋ, ਮਹਾਕਾਲ ਰਖਵਾਰ ਹਮਾਰੋ, ਮਹਾ ਲੋਹ ਮੈਂ ਕਿੰਕਰ ਥਾਰੋ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਹੈ। ਤੇ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਸਾਰੀ ਗੱਲ ਭਾਈ ਗਿਆਨੀ ਗਿਆਨ ਸਿੰਘ ਜੀ ਦੇ ਸਾਹਮਣੇ ਹੈ। ਤੋ ਹੋਰ ਬੜੀਆਂ ਇਹਦੇ ਤੇ ਵਿਚਾਰਾਂ, ਪਰ ਗੱਲ ਇੱਥੇ ਕੀ ਆਪਾਂ ਸਮਝ ਲੈਣੀ ਕਿ ਐਸਾ ਹੀ ਜਿਹੜਾ ਹੈ ਇਹ ਕਵੀ ਸੰਕੇਤਕ ਮੰਗਲ ਹੈ। ਇਹ ਤੋਂ ਅੱਗੇ ਕੁਝ ਹੋਰ ਇੱਕ ਕਵੀ ਸੰਕੇਤਕ ਦਾ ਦੂਸਰਾ ਮੰਗਲ ਮਰਜ਼ਾਦਾ ਦਾ ਆ ਜਾਂਦਾ। ਹੁਣ ਆਪਾਂ ਇੱਥੇ ਸਮਾਪਤੀ ਕਰ ਲਈਏ, ਟਾਈਮ ਹੋ ਗਿਆ। ਇੱਕ ਦੋ ਦਿਨ ਜਿਹੜੇ ਆ ਉਹ ਇਸ ਤਰ੍ਹਾਂ ਲੰਘਣਗੇ। ਤੁਹਾਡਾ ਮਨ ਹੋਊ ਵੀ ਕਥਾ ਤਾਂ ਹਜੇ ਚੱਲੀ ਨਹੀਂ ਹੈ, ਕਿਉਂਕਿ ਪਹਿਲਾਂ ਮੰਗਲਾਚਰਨ ਦੇ ਵਿੱਚ ਸਮਾਂ ਗੱਲ ਸਾਰੀ, ਜਦੋਂ ਇੱਥੋਂ ਫਿਰ ਅੱਗੇ ਗੱਲ ਸਾਖੀ ਪ੍ਰਮਾਣ ਤੁਰ ਪੈਣਾ। ਤੇ ਪਹਿਲਾਂ ਜਿੰਨੀਆਂ 10 ਪਾਤਸ਼ਾਹੀਆਂ ਦਾ ਕੱਲਾ ਮੰਗਲ ਵੀ ਕਰਨਾ ਹੈ, ਤੇ ਉਹ ਆਪਾਂ ਹੁਣ ਕੱਲ ਦੇ ਸਮੇਂ ਅੱਗੇ ਵਿਚਾਰ ਲਵਾਂਗੇ। ਗੁਰੂ ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ, ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।